ਵਾਹਿਗੁਰੂ ਸਾਹਿਬ ਜੀਓ। ਅਨਿਤ ਹੈ ਸੋ ਨਿਤ ਹੈ, ਅਜਾਤ ਹੈ ਆਜ਼ਾਦ ਹੈ। ਅਨਿਤ ਹੈ ਸੋ ਨਿਤ ਹੈ, ਆਜ਼ਾਤ ਹੈ ਆਜ਼ਾਦ ਹੈ। ਸਰਬੰ ਹੰਤਾ ਸਰਬੰ ਗੰਤਾ, ਸਰਬੰ ਖਿਆਤਾ ਸਰਬੰ ਗਿਆਤਾ। ਸਰਬੰ ਹਰਤਾ ਸਰਬੰ ਕਰਤਾ, ਸਰਬੰ ਪ੍ਰਾਣੰ ਸਰਬੰ ਤ੍ਰਾਣੰ। ਸਰਬੰ ਕਰਮੰ ਸਰਬੰ ਧਰਮੰ, ਸਰਬੰ ਜੁਗਤਾ ਸਰਬੰ ਮੁਕਤਾ। ਸਰਬੰ ਧਰਮੰ ਸਰਬੰ ਕਰਮੰ, ਸਰਬੰ ਜੁਗਤਾ ਸਰਬੰ ਮੁਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਦੇਨ ਦੁਨੀਆ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਭਾਗਸ਼ਾਲੀ ਹੋ ਜੋ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਜੀਵਨ ਨੂੰ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਕੇ ਸਫਲ ਕਰ ਰਹੇ ਹੋ। ਕਲਗੀਆਂ ਵਾਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਪਾਵਨ ਬਾਣੀ ਜਾਪ ਸਾਹਿਬ ਕੁਝ ਸੰਤ ਆਪ ਜੀ ਨੇ ਸਰਵਣ ਕੀਤੇ ਨੇ। ਇਸ ਬਾਣੀ ਵਿੱਚ ਵਾਰ-ਵਾਰ ਪ੍ਰੇਮ ਵਿੱਚ ਜੁੜ ਕੇ ਅਕਾਲ ਪੁਰਖ ਦੇ ਸਾਹਮਣੇ ਖੜੇ ਹੋ ਕੇ ਇੱਕ ਪਾਸੇ ਹਜ਼ੂਰ ਉਹਦੇ ਦੀਦਾਰ ਕਰਦੇ ਨੇ ਤੇ ਦੂਸਰੇ ਪਾਸੇ ਨਿਰੰਤਰ ਸਾਡੀ ਭਾਸ਼ਾ ਵਿੱਚ ਦੱਸ ਰਹੇ ਨੇ, ਜਿਹਦੇ ਵਿੱਚ ਇੱਕ ਪਲ ਦਾ ਵੀ ਫਰਕ ਨਹੀਂ, ਜਿਸ ਨੂੰ ਸਿੱਧਾ ਪ੍ਰਸਾਰਨ ਕਿਹਾ ਜਾ ਸਕਦਾ ਹੈ। ਇੱਕ ਪਾਸੇ ਉਹਨੂੰ ਵੇਖਣਾ ਤੇ ਨਾਲ ਦੱਸਣਾ, ਇਹ ਕੋਈ ਸੌਖੀ ਗੱਲ ਨਹੀਂ, ਕਿਉਂਕਿ ਜਦੋਂ ਉਹਨੂੰ ਕੋਈ ਦੇਖਦਾ ਹੈ ਤੇ ਉਹਦੇ ਕੋਲ ਸ਼ਬਦ ਨਹੀਂ ਹੁੰਦੇ, ਤੇ ਜਦੋਂ ਸ਼ਬਦ ਵਰਤਦਾ ਹੈ ਤੇ ਉਹ ਦਿਸਦਾ ਨਹੀਂ। ਕੁਝ ਕਹਿਣਾ, ਕੁਝ ਬੋਲਣਾ, ਕੁਝ ਵਿਚਾਰਨਾ, ਇਹ ਇਸ ਦੁਨੀਆ ਦੀ ਕਹਾਣੀ ਹੈ। ਤੇ ਜਦੋਂ ਕੋਈ ਇੱਧਰ ਕੁਝ ਕਹਿੰਦਾ ਹੈ, ਬੋਲਦਾ ਹੈ, ਉੱਧਰੋਂ ਸੰਬੰਧ ਟੁੱਟਦੇ ਨੇ, ਤੇ ਜਦੋਂ ਕੋਈ ਉੱਧਰ ਜਾਂਦਾ ਉਸ ਵੇਲੇ ਉਹਦੇ ਕੋਲ ਸ਼ਬਦ ਨਹੀਂ ਹੁੰਦੇ। ਪਰ ਇਹ ਪੂਰੇ ਗੁਰੂ ਦੇ ਵਿੱਚ ਸਮਰੱਥਾ ਹੈ ਕਿ ਉਹ ਇੱਕੋ ਵਕਤ ਦੋਵਾਂ ਲੋਕਾਂ ਨਾਲ ਸੰਬੰਧ ਰੱਖਦਾ ਹੈ। ਉੱਧਰ ਵੀ ਜੁੜਿਆ ਹੈ ਤੇ ਸਾਡੇ ਨਾਲ ਵੀ ਜੁੜਿਆ ਹੈ, ਵਿੱਚ ਹੈ ਮਾਧਿਅਮ ਜਿਹੜਾ ਦੋਵਾਂ ਨੂੰ ਇੱਧਰ ਦੀ ਗੱਲ ਉੱਧਰ ਕਹਿ ਕੇ ਤੇ ਉੱਧਰ ਦੀ ਅਵਸਥਾ ਇੱਧਰ ਸਾਨੂੰ ਕੁਝ ਸਮਝਾਉਂਦੇ ਨੇ ਸਤਿਗੁਰੂ। ਅੱਜ ਫਿਰ ਉਸ ਕੱਲ੍ਹ ਵਾਲੇ ਵਿਸ਼ੇ ਨੂੰ ਵਿਚਾਰਨਾ ਪਏਗਾ। ਹਜ਼ੂਰ ਨੇ ਕਿਹਾ ਅਨਿਤ ਹੈ ਸੋ ਨਿਤ ਹੈ, ਆਜ਼ਾਦ ਹੈ ਆਜ਼ਾਦ ਹੈ। ਆਜ਼ਾਦ ਦਾ ਮਤਲਬ ਹੈ ਸੁਤੰਤਰ, ਜਿਹੜਾ ਕਿਸੇ ਦੇ ਹੱਥਾਂ ਵਿੱਚ ਬੱਝਿਆ ਹੋਇਆ ਨਹੀਂ, ਜੋ ਕਿਸੇ ਦਾ ਗੁਲਾਮ ਨਹੀਂ। ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿੱਚ ਬਾਣੀ ਵਿੱਚ ਇਹ ਅਵਸਥਾ ਕਹੀ ਗਈ ਹੈ। ਸਾਰੀ ਦੁਨੀਆ
ਸਾਰੇ ਜੀਵ ਗੁਲਾਮ ਨੇ ਕਿਸੇ ਚੀਜ਼ ਦੇ, ਹੋਰ ਕਿਸੇ ਦੇ ਨਹੀਂ, ਤੇ ਕਾਲ ਦੇ ਗੁਲਾਮ ਨੇ, ਸਮੇਂ ਦੇ। ਜਿੱਦਣ ਦਾ ਜਨਮ ਲਿਆ ਹੈ, ਸਵਾਸ ਇਹਦੀ ਜ਼ਿੰਦਗੀ ਨੂੰ ਕਤਲ ਕਰੀ ਜਾ ਰਿਹਾ, ਖਾਈ ਜਾ ਰਿਹਾ ਹੈ। ਸਹਿਜੇ ਸਹਿਜੇ ਮਨੁੱਖ ਮੌਤ ਦੀ ਗ੍ਰਿਫਤ ਵਿੱਚ ਆਉਂਦਾ ਜਾ ਰਿਹਾ ਹੈ। ਪਰ ਜਿਸ ਨੂੰ ਅਕਾਲ ਕਹਿੰਦੇ ਨੇ, ਉਹ ਕਾਲ ਦੇ ਦਾਇਰੇ ਵਿੱਚ ਨਹੀਂ। ਉਹਦੀ ਕਦੀ ਵੀ ਕਿਸੇ ਚੀਜ਼ ਦੇ ਦਬਾਅ ਥੱਲੇ ਨਹੀਂ, ਕਿਸੇ ਪ੍ਰਭਾਵ ਥੱਲੇ ਨਹੀਂ। ਨਹੀਂ ਤੇ ਇਹ ਦਸ਼ਾ ਤੇ ਬ੍ਰਹਮ ਗਿਆਨੀ ਦੀ ਦਸੀ। ਤਾਂ ਹੀ ਕਹਿੰਦੇ ਨੇ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਰੱਬ ਦੇ ਵਿੱਚ ਜਿਹੜੇ ਗੁਣ ਨੇ ਤੇ ਰੱਬ ਦੇ ਪਿਆਰੇ ਵਿੱਚ, ਦੋਵਾਂ ਵਿੱਚ ਬਰਾਬਰ ਨੇ। ਸਤਿਗੁਰੂ ਨੇ ਬਚਨ ਕੀਤੇ, ਜਿਵੇਂ ਉਹ ਹੈ ਉਵੇਂ ਦਾ ਹੀ ਰੱਬ ਦਾ ਪਿਆਰਾ ਹੈ। ਦੋਵਾਂ ਵਿੱਚ ਕੋਈ ਫਰਕ ਨਹੀਂ। ਉਹ ਵੀ ਆਜ਼ਾਦ ਹੈ, ਇਹ ਉਹਦੀ ਨਿਸ਼ਾਨੀ ਹੈ ਵੀ ਉਹ ਆਜ਼ਾਦ ਹੈ, ਨਿਰਲੇਪ। ਉਹ ਕਿਸੇ ਚੀਜ਼ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ। ਸਤਿਗੁਰੂ ਨੇ ਬਚਨ ਕੀਤੇ, ਸੂਰਜ ਵਰਗਾ ਹੈ, ਪਾਣੀ ਵਰਗਾ ਹੈ, ਅਗਨੀ ਵਰਗਾ ਹੈ, ਧਰਤੀ ਵਰਗਾ ਹੈ। ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਗਈਆਂ। ਸਾਹਿਬ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਦਾ ਮਤਲਬ ਹੈ ਜਿਹਦੇ ਉੱਤੇ ਕਿਸੇ ਚੀਜ਼ ਦਾ ਲੇਪਣ ਨਾ ਹੋਵੇ, ਪ੍ਰਭਾਵ ਨਾ ਪਵੇ। ਰੱਬ ਵੀ ਇਸ ਤਰ੍ਹਾਂ ਦਾ ਤੇ ਉਹਦਾ ਪਿਆਰਾ ਵੀ ਇਸ ਤਰ੍ਹਾਂ ਦਾ। ਦੋਵਾਂ ਦਾ ਆਪਸ ਵਿੱਚ ਬੜਾ ਸੰਬੰਧ ਹੈ, ਡੂੰਘਾ। ਨਾ ਉਹਦੇ ਤੇ ਕਿਸੇ ਚੀਜ਼ ਦਾ ਅਸਰ ਵੇਖੇਗਾ ਸੰਸਾਰ ਵੱਲ, ਪਰ ਸੰਸਾਰ ਵਿੱਚ ਬੜੀਆਂ ਤਸਵੀਰਾਂ ਨੂੰ, ਨਜ਼ਾਰਿਆਂ ਨੂੰ, ਰੰਗਾਂ ਢੰਗਾਂ ਨੂੰ ਵੇਖਦਾ ਹੈ, ਪਰ ਉਹਦੇ ਅੰਦਰ ਕਿਸੇ ਰੰਗ ਦਾ ਪਰਛਾਵਾਂ ਨਹੀਂ ਜਾਂਦਾ। ਅੰਦਰ ਵੇਖ ਕੇ ਬਾਹਰ ਹੀ ਰਹਿ ਜਾਂਦਾ ਹੈ। ਇਸ ਲਈ ਕਰਮ ਉਹਦਾ ਦੁੱਖ ਨਹੀਂ ਬਣਦਾ। ਸਾਡੇ ਜਿੰਨੇ ਕਰਮ ਨੇ ਸਾਰੇ ਦੁੱਖ ਦਾ ਸਾਧਨ। ਅੱਖ ਨਾਲ ਵੇਖਿਆ ਉਹ ਵੀ ਦੁੱਖ ਬਣ ਗਿਆ, ਕਿਉਂਕਿ ਅੰਦਰ ਚਲਾ ਗਿਆ ਜਿਹਨੂੰ ਵੇਖਿਆ। ਫਿਰ ਉਹਦੀ ਖਵਾਇਸ਼ ਪੈਦਾ ਹੋ ਗਈ, ਫਿਰ ਉਹਦਾ ਕਰਮ ਬਣ ਗਿਆ, ਸੰਕਲਪ ਬਣ ਗਿਆ, ਫਿਰ ਅੰਦਰ ਬੀਜ ਬਣ ਗਏ, ਫਿਰ ਸਹਿਜੇ ਸਹਿਜੇ ਉੱਗ ਪਏ। ਇਸ ਤਰ੍ਹਾਂ ਮਨ ਜਿਹੜਾ ਬੜੇ ਬੋਝ ਥੱਲੇ ਦੱਬਿਆ ਗਿਆ। ਪਰ ਜਿਹੜਾ ਇੱਕ ਰੱਬ ਦੇ ਨਾਲ ਸਾਂਝ ਪਾ ਬੈਠਾ ਹੈ, ਜੁੜ ਬੈਠਾ ਹੈ, ਆ ਬੱਚੇ ਨੂੰ ਸਮਝਾ ਦਿਆ, ਜਿਹੜਾ ਸਮਝਾ ਬੈਠਾ ਹੈ, ਉਹ ਇਹਨਾਂ ਚੀਜ਼ਾਂ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ। ਇਸ ਕਰਕੇ ਉਸ ਹਸਤੀ ਨੂੰ ਕਿਹਾ ਆਜ਼ਾਦ ਹੈ, ਆਜ਼ਾਦੀ ਨਾਲ ਰਹਿੰਦਾ ਹੈ। ਉਹਦੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ। ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਅਨਿਤ ਹੈ, ਸੁਨਿਤ ਹੈ। ਦੋ ਗੁਣ ਨੇ ਉਹਦੇ ਵਿੱਚ। ਇੱਕ ਤੇ ਉਹ ਕਦੀ ਬਦਲਦਾ ਨਹੀਂ, ਤੇ ਇੱਕ ਹਿੱਸਾ ਉਹਦਾ ਬਦਲਦਾ ਰਹਿੰਦਾ ਹੈ। ਦੋਵੇਂ ਚੀਜ਼ਾਂ ਨੇ। ਅਜਾਤ ਹੈ, ਜਾਤ ਤੋਂ ਰਹਿਤ ਹੈ। ਅਗਲਾ ਛੰਦ ਹੈ, ਕਹਿੰਦੇ ਸਰਬੰਗ ਹੰਤਾ। ਹੰਤਾ ਦਾ ਮਤਲਬ ਹੈ ਹੱਤਿਆ ਕਰਨੀ, ਨਾਸ਼ ਕਰਨਾ, ਖਤਮ ਕਰ ਦੇਣਾ। ਜਿੰਨੇ ਜੀਵ ਉਹਨੇ ਪੈਦਾ ਕੀਤੇ ਨੇ, ਪਹਿਲਾਂ ਬਣਾਉਂਦਾ ਵੀ ਏ, ਉਹਨਾਂ ਨਾਲ ਸਨੇਹ ਵੀ ਕਰਦਾ ਹੈ, ਤੇ ਜਦੋਂ ਵਕਤ ਆਉਂਦਾ ਹੈ, ਜਦੋਂ ਸਮਾਂ ਆਉਂਦਾ ਹੈ, ਫਿਰ ਉਹਨਾਂ ਨੂੰ ਖਤਮ ਕਰ ਦਿੰਦਾ, ਤੋੜ ਦਿੰਦਾ। ਉਹਦੀ ਇੱਕ ਬੁਨਿਆਦ ਹੈ, ਕਿਉਂਕਿ ਉਹਨੂੰ ਪਤਾ ਹੈ ਉਹਦੀ ਮੌਤ ਵੀ, ਜਿਹੜੀ ਉਹ ਜੀਵ ਨੂੰ ਮੌਤ ਦਿੰਦਾ, ਉਹ ਪਿਆਰ ਅਧੀਨ ਉਹਨੂੰ ਮਾਰਦਾ ਹੈ। ਫਰਕ ਬੜਾ ਵੱਡਾ ਹੈ। ਇੱਥੇ ਜੇ ਕਿਸੇ ਨੂੰ ਕੋਈ ਹੱਤਿਆ ਕਰਦਾ ਹੈ, ਕਿਸੇ ਨੂੰ ਮਾਰਦਾ ਹੈ, ਤਾਂ ਉਹਦੇ ਵਿੱਚ ਉਹ ਹਿੰਸਾ ਹੈ, ਉਹਦੇ ਵਿੱਚ ਉਹ ਵਿਰੋਧ ਹੈ, ਨਫ਼ਰਤ ਕਰਕੇ ਮਾਰਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਲੱਖਾਂ ਜੀਵਾਂ ਨੂੰ ਪੈਦਾ ਕਰਕੇ ਆਪਣੇ ਹੱਥੀਂ ਮਾਰ ਦਿੰਦਾ ਹੈ। ਉਹਦੇ ਉੱਤੇ ਹੱਤਿਆ ਦਾ ਆਰੋਪ ਨਹੀਂ ਲੱਗਦਾ। ਕਾਰਨ ਕੀ ਹੈ? ਅਸਲ ਵਿੱਚ ਜਿਹੜੀ ਕੁਦਰਤ ਵੱਲੋਂ ਮੌਤ ਆਉਂਦੀ ਹੈ ਨਾ, ਉਹ ਗੁਰੂ ਕੇ ਸਵਾਰਿਓ ਰੱਬ ਵੱਲੋਂ ਮਿੱਥੀ ਹੁੰਦੀ ਹੈ। ਬਣਾਇਆ ਵੀ ਜੇ ਹੁਣ ਇਹ ਵਿਅਕਤੀ ਜਿੰਦਾ ਰਿਹਾ, ਆਉਣ ਵਾਲੇ ਸਮੇਂ ਵਿੱਚ ਇਹਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਸਰੀਰਕ ਤੌਰ 'ਤੇ ਦੁੱਖ ਆ ਸਕਦੇ ਨੇ। ਇਸ ਕਰਕੇ ਉਹਨੂੰ ਪਹਿਲਾਂ ਹੀ ਤੋੜ ਦਿੰਦਾ ਹੈ। ਜਿਵੇਂ ਕਿਸੇ ਨੇ ਕੋਈ ਮਹਿਲ ਬਣਾਇਆ ਹੋਵੇ, ਤਾਂ ਉਹਨੂੰ ਪਤਾ ਹੈ ਵੀ ਇਹਦੀ ਛੱਤ ਹੁਣ ਡਿੱਗ ਪਏਗੀ, ਜਾਂ ਜਰਜਰੀ ਹੋ ਜਾਏਗੀ, ਜਾਂ ਇਹ ਨੁਕਸਾਨਦੇਹ ਹੈ, ਇਹਦੇ ਥੱਲੇ ਬੈਠੇ ਹੋਏ ਨੁਕਸਾਨ ਹੋ ਸਕਦਾ ਹੈ। ਇਸ ਲਈ ਉਸ ਛੱਤ ਨੂੰ ਪਹਿਲਾਂ ਹੀ ਢਾਹ ਦਿੰਦਾ ਹੈ। ਜਿਹੜੀ ਕੁਦਰਤੀ ਮੌਤ ਹੈ, ਉਹ ਰੱਬ ਦੀ ਮਰਜ਼ੀ ਅਨੁਸਾਰ ਤਾਂ ਆਉਂਦੀ ਹੈ ਕਿ ਉਹਦੇ ਸਰੀਰ ਦੇ ਵਿੱਚ ਹੋਰ ਜਿਉਣ ਦੀ ਸਮਰੱਥਾ ਨਹੀਂ ਰਹਿੰਦੀ। ਇਸ ਕਰਕੇ ਉਹਨੂੰ ਖਤਮ ਕਰ ਦਿੰਦਾ ਹੈ।
ਸਤਿਗੁਰੂ ਤਾਂ ਬਚਨ ਕਹਿੰਦੇ ਸਰਬੰ ਹੰਤਾ ਸਰਬੰ ਗੰਤਾ। ਗੰਤਾ ਦਾ ਭਾਵ ਹੈ ਗਮਤਾ, ਵਿੱਚ ਤੁਰਨਾ, ਸਾਰਿਆਂ ਦੇ ਵਿੱਚ ਰਹਿਣਾ, ਸਾਰਿਆਂ ਦੇ ਵਿੱਚ ਨਿਵਾਸ ਰੱਖਣਾ। ਕਹਿੰਦੇ ਤੂੰ ਸਾਰਿਆਂ ਦੇ ਵਿੱਚ ਨਿਵਾਸ ਰੱਖਣਾ। ਫਿਰ ਇੱਕ ਗੱਲ ਹੋਰ ਕੀਤੀ, ਕਹਿੰਦੇ ਦੋ ਗੁਣ ਤੇਰੇ ਵਿੱਚ ਬਹੁਤ ਵੱਡੇ, ਇੱਕ ਹੈ ਸਰਬੰਗ ਖਿਆਤਾ, ਸਾਰਿਆਂ ਨੂੰ ਤੂੰ ਪ੍ਰਗਟ ਕਰਨਾ ਹੈ, ਸਰਬੰਗ ਗਿਆਤਾ, ਤੇ ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ ਹੈ। ਇਹ ਉਹਦੇ ਵਿੱਚ ਦੋ ਬੜੇ ਵੱਡੇ ਗੁਣ ਨੇ। ਸਾਰਿਆਂ ਦੇ ਵਿੱਚ ਉਹ ਪ੍ਰਗਟ ਹੈ ਤੇ ਸਾਰਿਆਂ ਦੇ ਅੰਦਰ ਦੀ ਹਾਲਤ ਨੂੰ ਜਾਣਨ ਵਾਲਾ ਹੈ। ਜੋ ਜੋ ਖਿਆਲ ਸਾਡੇ ਮਨ ਵਿੱਚ ਉੱਠਦਾ ਹੈ, ਅਸੀਂ ਸੋਚਦੇ ਹਾਂ, ਵਿਚਾਰ ਨਿਕਲਦੇ ਨੇ, ਉਹਦੇ ਕੋਲ ਪਹਿਲਾਂ ਹੀ ਘੰਟੀ ਖੜਕ ਜਾਂਦੀ ਵੀ ਕੀ ਸੋਚਿਆ ਹੈ, ਅੰਦਰੋਂ ਅੰਦਰੋਂ ਕੀ ਸਮਝ ਰਿਹਾ, ਕੀ ਸੋਚ ਰਿਹਾ, ਕੀ ਇਹਦੇ ਅੰਦਰ ਚੱਲ ਰਿਹਾ, ਉਹਦੀ ਡਾਇਰੀ ਤੇ ਪਹਿਲਾਂ ਲਿਖਿਆ ਜਾਂਦਾ, ਉਹ ਵੇਖ ਲੈਂਦਾ। ਤੇ ਇਕੱਲੇ ਦੀ ਨਹੀਂ, ਜਿੰਨੇ ਜੀਵ ਨੇ। ਇਸ ਕਰਕੇ ਬਾਣੀ ਦੇ ਅੰਦਰ ਸਿੱਖ ਨੂੰ ਇੱਕ ਗੱਲ ਸਮਝਾਏਗੀ, ਕਹਿਣ ਲੱਗੇ ਤੂੰ ਹੋਰ ਕੁਝ ਨਾ ਕਰੀ, ਤੂੰ ਇੱਕ ਕੰਮ ਕਰ ਬਈ ਉਹਨੂੰ ਅੰਤਰਜਾਮੀ ਸਮਝ। ਜਦੋਂ ਤੂੰ ਕੁਝ ਸੋਚਣਾ ਹੈ, ਉਹ ਤੇਰੀ ਹਰ ਇੱਕ ਤੇਰੇ ਅੰਦਰ ਦੇ ਖਿਆਲ ਨੂੰ ਉਸੇ ਵੇਲੇ ਸੁਣ ਲੈਂਦਾ ਹੈ। ਤਾਂ ਆਪਣੇ ਆਪ ਆਦਮੀ ਅਲਰਟ ਹੋ ਜਾਏਗਾ, ਸੁਚੇਤ ਹੋ ਜਾਏਗਾ ਵੀ ਮੈਂ ਸੋਚਿਆ ਨਹੀਂ ਤੇ ਉਹਦੇ ਕੋਲ ਗਿਆ ਨਹੀਂ, ਇੱਧਰੋਂ ਖਿਆਲ ਆਇਆ ਨਹੀਂ, ਉੱਧਰੋਂ ਉਹਨੇ ਸੁਣਿਆ ਨਹੀਂ। ਇਸ ਕਰਕੇ ਉਹ ਅੰਦਰ ਦੀ ਫੱਟੀ ਨੂੰ ਪੜ੍ਹਦਾ ਹੈ। ਤਾਂ ਹੀ ਸੁਚੇਤ ਕੀਤਾ, ਕਹਿਣ ਲੱਗੇ ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ ਖਿਆਲ ਰੱਖੀ। ਕੱਲੀ ਮਨ ਦੀ ਆਵਾਜ਼ ਨੂੰ ਨਹੀਂ ਉਹ ਸੁਣਦਾ। ਕਿਤੇ ਇਸ ਭੁਲੇਖੇ ਵਿੱਚ ਰਹਿ ਕਿ ਮੂੰਹ ਤੋਂ ਬੜੇ ਸੋਹਣੇ ਸ਼ਬਦ ਸਵਾਰ ਕੇ ਤੂੰ ਬੋਲੇਗਾ ਤੇ ਤੇਰੇ ਮੂੰਹ ਤੇ ਸ਼ਬਦਾਂ ਦੇ ਉਹ ਅਧੀਨ ਹੋ ਜਾਏਗਾ, ਤੇਰੇ ਤੇ ਖੁਸ਼ ਹੋ ਜਾਏਗਾ। ਨਹੀਂ, ਉਹ ਕੱਲੇ ਮੂੰਹ ਦੀ ਆਵਾਜ਼ ਨਹੀਂ, ਉਹ ਤੇਰੇ ਮਨ ਦੀ ਵੀ ਆਵਾਜ਼ ਸੁਣਦਾ ਹੈ। ਜੋ ਕੁਝ ਤੇਰੇ ਮਨ ਵਿੱਚ ਜਿਵੇਂ ਦਾ ਭਾਵ ਪ੍ਰਗਟ ਹੁੰਦਾ ਹੈ, ਉਵੇਂ ਦਾ ਉਹਦੇ ਕੋਲ ਚਲਾ ਜਾਂਦਾ ਹੈ। ਇਸ ਕਰਕੇ ਉਹ ਸਾਰਿਆਂ ਦਾ ਗਿਆਤਾ ਹੈ, ਸਾਰਿਆਂ ਨੂੰ ਜਾਣਨ ਵਾਲਾ ਹੈ, ਤੇ ਸਰਬੰਗ ਖਿਆਤਾ, ਸਾਰਿਆਂ ਦੇ ਅੰਦਰ ਪ੍ਰਗਟ ਹੈ, ਸਾਰਿਆਂ ਦੇ ਵਿੱਚ ਹੈ, ਅੰਦਰ ਸਾਰਿਆਂ ਦੇ ਹੈ, ਪ੍ਰਗਟ ਵੀ ਹੋ ਰਿਹਾ ਹੈ। ਪਰ ਉਸ ਪ੍ਰਗਟ ਹੋਣ ਨੂੰ ਵੇਖੇਗਾ ਕੋਈ ਕੋਈ। ਜੇ ਗੁਰੂ ਨੇ ਦਿਖਾਇਆ, ਇਹ ਪ੍ਰਗਟ ਹੀ ਹੈ ਨਾ, ਅਸੀਂ ਵੇਖ ਰਹੇ ਹਾਂ, ਸੋਚ ਰਹੇ ਹਾਂ, ਬੋਲ ਰਹੇ ਹਾਂ, ਸਾਡੇ ਵਿੱਚ ਚੇਤਨਾ ਹੈ, ਸਾਡੇ ਸਰੀਰ ਦੇ ਵਿੱਚ ਜਿੰਦ ਜਾਨ ਹੈ, ਇਹ ਉਹਦਾ ਪ੍ਰਗਟਾਵਾ ਹੈ। ਜੇ ਉਹ ਵਿੱਚੋਂ ਅਲੋਪ ਹੋ ਗਿਆ, ਜਿੱਦਣ ਵਿੱਚੋਂ ਅਲੋਪ ਹੋ ਗਿਆ, ਸਰੀਰ ਕਿਵੇਂ ਤੁਰੇਗਾ? ਤਾਂ ਸਤਿਗੁਰੂ ਨੇ ਕਿਹਾ ਸਰਬੰਗ ਗਿਆਤਾ। ਫਿਰ ਬਚਨ ਕੀਤਾ, ਕਹਿੰਦੇ ਸਰਬੰਗ ਹਰਤਾ ਸਰਬੰਗ ਕਰਤਾ, ਸਾਰਿਆਂ ਨੂੰ ਹਰ ਲੈਣ ਵਾਲਾ। ਕਿਸ ਨੂੰ ਹਰਦਾ ਹੈ? ਉਹ ਜ਼ਿੰਦਗੀ ਦੇ ਪਾਪਾਂ ਨੂੰ ਹਰਨ ਕਰਨ ਵਾਲਾ। ਹਰਨ ਦਾ ਮਤਲਬ ਹੈ ਚੋਰੀ ਕਰਨਾ, ਕਿਸੇ ਚੀਜ਼ ਨੂੰ ਹਰ ਲੈਣਾ, ਖਿੱਚ ਲੈਣਾ, ਖੋਹ ਲੈਣਾ, ਚੋਰੀ ਕਰ ਲੈਣੀ। ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬੜੇ ਥਾਵਾਂ ਤੇ ਰੱਬ ਦਾ ਨਾਮ ਹਰ ਕਿਹਾ ਹੈ। ਹਰ ਦਾ ਮਤਲਬ ਹੋਰ ਕੁਝ ਨਹੀਂ। ਹਰ ਹਰ ਕਰਤ ਪੂਤ ਨਾ ਤਰੀ, ਬਾਲ ਘਟ ਨੀ ਕਪਟੈ ਭਰੀ। ਸੰਤੋ ਹਰ 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 ਆਰਾਧੋ, ਹਰ ਆਰਾਧ ਸਭੋ ਕਿਛ ਪਾਈਐ। ਕਾਰਜ ਸਗਲੇ ਸਾਧੋ। ਹਰ ਦੇ ਅਰਥ ਕੀ ਹੋਏ? ਹਰ ਦਾ ਭਾਵ ਹੈ ਗੁਰੂ ਕੇ ਸਵਾਰਿਓ ਕਿ ਚੋਰੀ ਕਰਨ ਵਾਲਾ ਹੈ। ਸਰਬੰਗ ਹਰਤਾ, ਤੂੰ ਸਾਰਿਆਂ ਦੀ ਜ਼ਿੰਦਗੀ ਦੇ ਦੁੱਖਾਂ ਔਰ ਪਾਪਾਂ ਦੀ ਚੋਰੀ ਕਰਕੇ ਲੈ ਜਾਂਦਾ ਹੈ। ਜਾਂ ਜਿਹੜਾ ਤੇਰੇ ਕੋਲ ਪਿਆਰ ਨਾਲ ਆਉਂਦਾ ਹੈ, ਤੇਰੇ ਅੱਗੇ ਝੁਕਦਾ ਹੈ, ਤੇਰੀ ਇਬਾਦਤ ਕਰਦਾ ਹੈ, ਤੇਰੇ ਨਾਲ ਪਿਆਰ ਕਰਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਜਿੰਨੇ ਪਾਪ ਨੇ ਔਰ ਜਿੰਨੇ ਦੁੱਖ ਨੇ, ਉਹਨਾਂ ਨੂੰ ਚੋਰੀ ਕਰ ਲੈਂਦਾ ਹੈ। ਚੋਰੀ ਦਾ ਮਤਲਬ ਕੀ ਹੁੰਦਾ ਹੈ? ਇੱਥੇ ਹਰਤਾ ਸ਼ਬਦ ਤਾਂ ਕਿਹਾ ਹੈ ਬਈ ਤੂੰ ਕੇਵਲ ਉਹਦੀ ਸ਼ਰਨ ਵਿੱਚ ਆ ਜਾ। ਤੇਰੇ ਅੰਦਰ ਜਿਹੜੇ ਦੁੱਖ ਤੇ ਪਾਪ ਨੇ, ਤੈਨੂੰ ਪਤਾ ਨਹੀਂ ਲੱਗਣਾ ਉਹ ਕਦੋਂ ਹਟ ਜਾਣੇ ਨੇ, ਕਦੋਂ ਖਤਮ ਹੋ ਜਾਣੇ ਨੇ, ਕਦੋਂ ਉਹਨਾਂ ਦੀ ਸਮਾਪਤੀ ਹੋ ਜਾਏਗੀ, ਕਦੋਂ ਉਹਨਾਂ ਨੂੰ ਉਹਨੇ ਖੋਹ ਲੈਣਾ, ਚੋਰੀ ਕਰ ਲੈਣਾ, ਵਿੱਚੋਂ ਲੈ ਜਾਣਾ। ਸਿੱਖ ਨੂੰ ਤੇ ਪਤਾ ਹੀ ਨਹੀਂ ਲੱਗਦਾ।
ਸਿੱਖ ਦਾ ਮਤਲਬ ਇਹ ਹੈ ਜਿਹਨੇ ਆਪਣਾ ਆਪਾ ਗੁਰੂ ਕੇ ਚਰਨਾਂ ਵਿੱਚ ਸਮਰਪਿਤ ਕਰ ਦੇਣਾ, ਬਾਕੀ ਉਹਦਾ ਕੰਮ ਹੀ ਕੋਈ ਨਹੀਂ। ਬਾਕੀ ਤੇ ਗੁਰੂ ਨੇ ਵੇਖਣਾ ਇਹਦੇ ਵਿੱਚੋਂ ਕੀ ਕੱਢਣ ਵਾਲਾ ਹੈ ਤੇ ਕੀ ਇਹਦੇ ਵਿੱਚ ਪਾਉਣ ਵਾਲਾ ਹੈ। ਸਿੱਖ ਦਾ ਹੋਰ ਕੰਮ ਕੋਈ ਨਹੀਂ। ਸਿੱਖ ਦਾ ਕੰਮ ਸਮਰਪਿਤ ਹੋਣਾ ਹੈ। ਹਾਂ, ਸਮਰਪਿਤ ਹੋਣ ਵਾਸਤੇ ਕੁਝ ਕੰਮ ਕਰਨੇ ਪੈਣ ਤੇ ਉਹ ਵੱਖਰੀ ਗੱਲ ਹੈ। ਜਪ ਤਪ ਕਰਨਾ, ਸਿਮਰਨ ਕਰਨਾ, ਸੇਵਾ ਕਰਨੀ ਕਾਹਦੇ ਵਾਸਤੇ ਹੈ? ਸ਼ਕਤੀ ਇਕੱਠੀ ਕਰਨ ਵਾਸਤੇ ਨਹੀਂ। ਦੋ ਤਰ੍ਹਾਂ ਦੇ ਲੋਕ ਹੋਏ ਨੇ। ਸਿੱਧਾਂ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਵੀ ਤੁਹਾਡੇ ਵਿੱਚ ਤੇ ਸਾਡੇ ਵਿੱਚ ਫਰਕ ਤੇ ਕੋਈ ਨਹੀਂ, ਆਪਾਂ ਇੱਕੋ ਜਿਹੇ ਹਾਂ। ਹਜ਼ੂਰ ਨੇ ਕਿਹਾ ਨਹੀਂ, ਫਰਕ ਹੈ ਬਹੁਤ ਜ਼ਿਆਦਾ, ਬੜਾ ਵੱਡਾ ਅੰਤਰ ਹੈ। ਕਹਿਣ ਲੱਗੇ ਨਹੀਂ, ਤੁਸੀਂ ਵੀ ਧਿਆਨ ਲਾਉਂਦੇ ਹੋ, ਅਸੀਂ ਵੀ ਧਿਆਨ ਲਾਉਂਦੇ ਹਾਂ, ਤੁਸੀਂ ਵੀ ਕੁਝ ਜਪਦੇ ਹੋ, ਸਾਡਾ ਵੀ ਕੋਈ ਮੰਤਰ ਹੈ, ਤੁਸੀਂ ਵੀ ਸੰਸਾਰ ਦੇ ਤਿਆਗੀ ਹੋ, ਅਸੀਂ ਵੀ ਤਿਆਗੀ ਹਾਂ। ਸਾਹਿਬ ਨੇ ਕਿਹਾ ਨਹੀਂ, ਤੁਹਾਡਾ ਜਪਣਾ ਹੈ ਤਾਕਤਾਂ ਇਕੱਠੀਆਂ ਕਰਨੀਆਂ ਤੇ ਸਾਡਾ ਜਪਣਾ ਹੈ ਤਾਕਤਹੀਨ ਹੋਣਾ। ਬੜਾ ਫਰਕ, ਬਹੁਤ ਵੱਡਾ ਪੈ ਗਿਆ। ਥੋੜ੍ਹਾ ਥੋੜ੍ਹਾ ਤੇ ਰੀਸ ਸਾਡੇ ਵਿੱਚ ਵੀ ਉਹਨਾਂ ਦੀ ਚੱਲੀ ਹੈ, ਸ਼ੁਰੂ ਤੋਂ ਰਹੀ ਹੈ ਵੀ ਜੇ ਪਾਠ ਕਰਨਾ ਹੈ ਕਾਹਦੇ ਵਾਸਤੇ? ਸ਼ਕਤੀ ਇਕੱਠੀ ਕਰਨੀ ਹੈ, ਦੂਜਿਆਂ 'ਤੇ ਪ੍ਰਭਾਵ ਪਾਉਣਾ ਹੈ ਆਪਣਾ। ਇਹ ਸਿੱਖੀ ਦਾ ਮਾਰਗ ਨਹੀਂ, ਖਿਆਲ ਰੱਖਣਾ। ਸਿੱਖੀ ਦਾ ਮਾਰਗ ਆਪਣੇ ਆਪ ਨੂੰ ਨਿਤਾਣਾ ਕਰਨਾ ਹੈ ਕਿ ਤਾਣ ਵਾਲਾ, ਖਿਆਲ ਰੱਖਣਾ। ਆਪਾਂ ਬਾਣੀ ਦੇ ਸ਼ਬਦ ਪੜ੍ਹਦੇ ਹਾਂ ਕਿ ਹਰਿ ਜੀਓ ਨਿਮਾਣਿਆ ਤੂੰ ਮਾਣ, ਸਾਹਿਬ ਨਿਤਾਣਿਆ ਕਾ ਤਾਣ। ਜਾਂ ਅਰਦਾਸ ਵਿੱਚ ਸ਼ਬਦ ਆਉਂਦੇ ਨੇ ਕਿ ਨਿਮਾਣਿਆਂ ਦਾ ਤੂੰ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਬਲ ਛੁੱਟ ਕੇ ਉਹ ਬੰਧਨ ਭਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ। ਇਸ ਕਰਕੇ ਫਰਕ ਬੜਾ ਵੱਡਾ ਹੈ। ਕੱਲਾ ਧਰਮ ਨੂੰ ਕਮਾਉਣਾ ਇੱਕ ਗੱਲ ਹੈ, ਠੀਕ ਕਮਾਉਣਾ ਦੂਜੀ ਗੱਲ ਹੈ। ਖਿਆਲ ਰੱਖਣਾ, ਤੁਰਦੇ ਸਾਰੇ ਹੀ ਨੇ। ਤੁਰਨ ਦਾ ਮਕਸਦ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਤੁਰਿਆ ਉਹ ਮੰਜ਼ਿਲ 'ਤੇ ਵੀ ਪਹੁੰਚ ਜਾਏ। ਪੈਰ ਚੱਲਦੇ ਰਹਿਣਗੇ, ਪੁਲਾਂਘਾ ਪੁੱਟਦਾ ਰਹੇਗਾ, ਤੇ ਜੇ ਗਲੀ ਹੋਰ ਪੈ ਗਿਆ ਤੇ ਜਾਏਗਾ ਕਿਤੇ, ਥੱਕ ਵੀ ਗਿਆ ਤੇ ਭਟਕ ਵੀ ਗਿਆ ਤੇ ਪਹੁੰਚਿਆ ਵੀ ਕਿਤੇ ਨਹੀਂ। ਧਰਮ ਦਾ ਮਾਰਗ ਵੀ ਇਸ ਤਰ੍ਹਾਂ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ। ਗੁਰੂ ਸਾਹਿਬ ਨੇ ਕਿਹਾ ਕੋ ਵਡ ਭਾਗੀ ਪਾਏ। ਧਰਮ ਦੇ ਮਾਰਗ ਤੇ ਤੁਰਦੇ ਬੜੇ ਨੇ, ਪਰ ਸਿੱਧਾ ਮਾਰਗ ਕਿਸੇ ਭਾਗਾਂ ਵਾਲੇ ਨੂੰ ਮਿਲਦਾ। ਤੁਰਨ ਵਾਲਿਆਂ ਦੀ ਕੋਈ ਕਮੀ ਨਹੀਂ, ਬੜੇ ਤੁਰਦੇ ਨੇ, ਪਰ ਤੁਰੇਗਾ ਕੌਣ? ਕਿਹਨੇ ਤੁਰਨਾ ਹੈ? ਹਜ਼ੂਰ ਨੇ ਕਿਹਾ ਤੁਰਨ ਦਾ ਤਰੀਕਾ ਹੈ, ਮੇਰੂ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ। ਮੈਂ ਪਹਿਲਾਂ ਵੀ ਇੱਕ ਦਿਨ ਇਹ ਗੱਲ ਸਾਂਝੀ ਕੀਤੀ ਸੀ। ਉਹ ਕਿਹੜੀ ਗਲੀ ਦੇ ਰਾਹੀਂ, ਉਸ ਮਾਰਗ ਨੂੰ ਚੁਣਨਾ ਬੜਾ ਜ਼ਰੂਰੀ ਹੈ, ਕਿਉਂਕਿ ਕਿਸੇ ਮੋੜ 'ਤੇ ਵੀ ਗਲਤ ਪੈਰ ਪੈ ਗਿਆ, ਬਸ ਸਮਝੋ ਗਏ ਕਿਤੇ ਦੂਰ, ਲੰਘ ਗਏ। ਫਿਰ ਗੁਰੂ ਸਾਹਿਬ ਨੇ ਜਾਚ ਦੱਸੀ, ਕਹਿੰਦੇ ਹਰ ਕੇ ਸੰਤ, ਰੱਬ ਦੇ ਪਿਆਰੇ ਨੇ ਜੋ ਗੁਰੂ ਦੀ ਸੰਗਤ ਵਿੱਚ, ਗੁਰੂ ਦੀ ਹਜ਼ੂਰੀ ਵਿੱਚ, ਰੱਬ ਦੇ ਪਿਆਰਿਆਂ ਦੇ ਕੋਲੋਂ ਪੁੱਛ ਲੈ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਂ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਕਿਵੇਂ ਤੁਸੀਂ ਗਏ ਹੋ, ਰਾਹ ਕਿਹੜਾ, ਦੱਸੋ। ਕੋਈ ਇਹਦਾ ਤਰੀਕਾ ਦੱਸਣਾ ਤੁਸੀਂ ਕਰੋ। ਤੁਸੀਂ ਰਾਵਿਆ ਕਿੰਨੀ ਗੁਣੀ। ਕਹਿੰਦੇ ਜਦੋਂ ਉਹਨਾਂ ਕੋਲ ਗਏ ਤੇ ਉਹਨਾਂ ਦੀ ਨਿਸ਼ਾਨੀ ਕੀ ਸੀ? ਸਹਿਜ ਸੰਤੋਖ ਸ਼ਿੰਗਾਰੀਆਂ। ਉਹਨਾਂ ਨੇ ਆਪਣੇ ਜੀਵਨ ਦੇ ਉੱਤੇ ਦੋ ਚੀਜ਼ਾਂ ਦਾ ਸ਼ਿੰਗਾਰ ਕੀਤਾ ਹੋਇਆ ਸੀ, ਹੋਰ ਕੋਈ ਸ਼ਿੰਗਾਰ ਨਹੀਂ। ਉਹਨਾਂ ਦੇ ਕੋਲ ਜਦੋਂ ਗਏ ਤੇ ਕੀ ਮਿਲਿਆ? ਸਹਿਜ ਮਿਲਿਆ। ਸਹਿਜ ਦਾ ਮਤਲਬ ਉਹਨਾਂ ਦਾ ਮਨ ਟਿਕਿਆ ਸੀ, ਤੇ ਕੋਲ ਜਾਣ ਦੀ ਦੇਰ ਹੈ ਮਨ ਟਿਕਣਾ ਸ਼ੁਰੂ ਹੋ ਗਿਆ। ਗੁਰਮਤਿ ਦੇ ਸਾਧੂ ਦੀ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੈ, ਹੋਰ ਗੱਲਾਂ ਬਾਅਦ ਵਿੱਚ ਨੇ। ਸਿੱਖੀ ਦਾ, ਗੁਰੂ ਨਾਨਕ ਦੇ ਸੰਤ ਦੀ ਸਭ ਤੋਂ ਪਹਿਲੀ ਗੁਰੂ ਗ੍ਰੰਥ ਸਾਹਿਬ ਨੇ ਸਾਧ ਦੀ ਨਿਸ਼ਾਨੀ ਕੀ ਦੱਸੀ? ਉਹ ਗੱਲਾਂ ਤੇ ਬਾਅਦ ਦੀਆਂ ਨੇ ਕਿ ਕੋਈ ਚਾਰ ਪਦਾਰਥ ਮੰਗਦਾ ਤੇ ਮਿਲ ਜਾਣ, ਜਾਂ ਕੋਈ ਹੋਰ ਕਰੇ ਹੋਰ, ਇਹ ਤੇ ਚਲੋ ਠੀਕ ਹੈ, ਪਰ
ਇਹ ਮੈਂ ਸਮਝਣਾ ਬਹੁਤਾ ਵਪਾਰ ਹੈ 80%। ਸੰਸਾਰ ਦੀਆਂ ਚੀਜ਼ਾਂ ਮੰਗਣ ਵਾਲੇ ਲੋਕਾਂ ਵਿੱਚੋਂ 10% ਬੰਦੇ ਧਾਰਮਿਕ ਹੁੰਦੇ ਨੇ, 90 ਨਹੀਂ ਹੁੰਦੇ ਬਿਲਕੁਲ। ਉਹ ਲੈ ਕੇ ਵਾਪਸ ਨਹੀਂ ਆਉਂਦੇ, ਬਸ ਕੁਝ ਹੋਣਗੇ। ਇਹ ਤੇ ਛੋਟੀਆਂ ਗੱਲਾਂ ਨੇ। ਸਭ ਤੋਂ ਵੱਡੀ ਗੱਲ ਕਿਹੜੀ? ਗੁਰੂ ਗ੍ਰੰਥ ਸਾਹਿਬ ਨੇ ਸਾਧੂ ਦੀ ਨਿਸ਼ਾਨੀ ਦੱਸੀ। ਕਹਿਣ ਲੱਗੇ ਜਿਹਦੇ ਕੋਲ ਤੁਸੀਂ ਜਾਓ ਨਾ, ਤੇ ਜਾਂਦਿਆਂ ਤੁਹਾਡਾ ਡੁੱਬਾ ਹੋਇਆ ਪਦਾਰਥਾਂ ਵਿੱਚ, ਸੰਸਾਰ ਵਿੱਚ, ਚਿੰਤਾ ਵਿੱਚ ਡੁੱਬਾ ਹੋਇਆ ਮਨ ਤਾਰੀਆਂ ਲਾਉਣ ਲੱਗ ਪਏ, ਉਡਾਰੀਆਂ ਭਰਨ ਲੱਗ ਪਏ, ਮਨ ਖਿੜ ਜਾਏ, ਮਨ ਵਿੱਚ ਆਨੰਦ ਆਉਣ ਲੱਗ ਪਏ, ਇਕੱਠਾ ਹੋਣ ਲੱਗ ਪਵੇ ਇੱਕ ਕੇਂਦਰ ਬਿੰਦੂ ਤੇ। ਇਹ ਨਿਸ਼ਾਨੀ ਜੇ ਸਾਧ ਦੀ, ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਐ। ਇੱਥੇ ਤਰਨ ਦਾ ਮਤਲਬ ਇਹ ਨਾ ਸਮਝਣਾ ਵੀ ਸਵਿਮਿੰਗ ਪੂਲ ਵਿੱਚ, ਕਿਤੇ ਦਰਿਆ ਵਿੱਚ, ਕਿਸੇ ਨਹਿਰ ਵਿੱਚ ਤਰੀਦਾ, ਨਹੀਂ। ਡੁੱਬੀ ਹੋਈ, ਸੁੱਕੀ ਹੋਈ, ਗਮਾਂ ਦੇ ਵਿੱਚ ਫਸੀ ਹੋਈ ਸੁਰਤ ਕਿਤੇ ਉਡਾਰੀ ਮਾਰ ਕੇ ਬੰਦੇ ਦੇ ਚਿਹਰੇ ਤੇ ਆ ਜਾਏ, ਉਚਿਆਣ ਵਿੱਚ ਆ ਜਾਏ। ਜਿਹਨੂੰ ਭਾਈ ਸਾਹਿਬ ਨੇ ਕਿਹਾ ਮੱਲੋ ਮੱਲੀ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਲਾਉਂਦਾ ਹੈ ਉਡਾਰੀਆਂ। ਪਿਆਲੇ ਅਣਦਿਸ ਦੇ ਨਾਲ ਬੁੱਲ ਲੱਗ ਜਾਣ, ਜਿੱਥੇ ਰਸ ਤੇ ਸਰੂਰ ਚੜੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਗਏ ਨੇ ਉਹ ਮਾਰੇ ਜਿਨ੍ਹਾਂ ਬੁੱਧੋਂ ਪਾਰ ਲਾਈਆਂ ਤਾਰੀਆਂ। ਬੈਠ ਵੇ ਗਿਆਨੀ ਬੁੱਧੀਮਾਨੀਏ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਜਿੱਥੇ ਮਨ ਬੰਦੇ ਦਾ ਇਸ ਖਾਕ ਦੇ ਪਿੰਜਰੇ ਵਿੱਚੋਂ, ਸਰੀਰ ਵਿੱਚੋਂ ਕਿਤੇ ਬਾਹਰ ਨਿਕਲ ਜਾਏ, ਦੁੱਖਾਂ ਦਰਦਾਂ ਵਿੱਚੋਂ, ਉਹਨੂੰ ਕਹਿੰਦੇ ਨੇ ਸਾਧ ਹੈ। ਜਿਹਨੂੰ ਮਿਲਣ ਨਾਲ ਮਨ ਨਾਮ ਨਾਲ ਜੁੜੇ, ਗੁਰੂ ਨਾਨਕ ਦਾ ਸੰਤ ਉਹ ਹੈ। ਤੇ ਸਾਧ ਸੰਗਤ, ਉਹਨਾਂ ਦੀ ਸੰਗਤ ਤੋਂ ਬਿਨਾਂ ਤੇ ਸੰਗਤ ਹੋ ਵੀ ਜਾਏ, ਜੇ ਅਸੀਂ ਗ੍ਰਾਹਕ ਹੀ ਨਹੀਂ, ਕਈ ਚੀਜ਼ਾਂ ਰਲਦੀਆਂ ਨੇ, ਖਿਆਲ ਰੱਖਣਾ, ਫਿਰ ਵੀ ਗੱਲ ਨਹੀਂ ਬਣੇਗੀ। ਜੇ ਪਾਤਰ ਹੀ ਨਹੀਂ, ਭਾਂਡਾ ਹੀ ਨਹੀਂ, ਤੇ ਉੱਤੇ ਡੁੱਲੀ ਜਾਏ ਸਾਰਾ ਕੁਝ, ਕੀ ਬਣੇਗਾ? ਖਿਲਰ ਜਾਏਗਾ। ਤਾਂ ਉਹਨਾਂ ਨੂੰ ਸਤਿਗੁਰੂ ਕਹਿੰਦੇ, ਹੋਰ ਮੈਂ ਗੱਲ ਮਾਰਗ ਦੀ ਕਰ ਰਿਹਾ ਸੀ। ਧਰਮ ਦੇ ਮਾਰਗ ਤੇ ਕਿੰਨੇ ਕਰੋੜਾਂ ਲੋਕ ਤੁਰਦੇ ਨੇ ਦੁਨੀਆ ਭਰ ਵਿੱਚ, 250-300 ਧਰਮ ਹੈ, ਛੋਟਾ ਮੋਟਾ ਰਲਾ ਕੇ, ਆਪੋ ਆਪਣਾ ਝੰਡਾ ਸਾਰੇ ਗੱਡੀ ਫਿਰਦੇ। ਤੁਰਨ ਵਾਲਿਆਂ ਦੀ ਕਮੀ ਨਹੀਂ। ਜੇ ਗਿਣਤੀ ਕੀਤੀ ਜਾਏ ਤੇ ਅੱਜ ਵੀ 60-70% ਦੁਨੀਆ ਧਾਰਮਿਕ ਹੈ। ਧਾਰਮਿਕ ਯਾਨੀ ਕਿ ਧਰਮ ਦਾ ਨਾਂ ਧਰਾਇਆ ਹੋਇਆ, ਪਰ ਉਹਨਾਂ ਵਿੱਚੋਂ ਸਿੱਧੇ ਰਾਹ ਤੇ ਕਿੰਨੇ ਕੁ ਜਾ ਰਹੇ ਨੇ, ਤੇ ਕਿਵੇਂ ਜਾਣਗੇ? ਹਜ਼ੂਰ ਨੇ ਕਿਹਾ ਕੋਈ ਤਰੀਕਾ ਨਹੀਂ। ਤੂੰ ਉਹਨਾਂ ਕੋਲ ਜਾ ਜਿਹੜੇ ਪਹਿਲਾਂ ਲੰਘ ਚੁੱਕੇ, ਜਾ ਚੁੱਕੇ ਨੇ, ਉਹਨਾਂ ਕੋਲ ਜਾ। ਤੇ ਉੱਥੇ ਗਏ, ਹਜ਼ੂਰ ਕਹਿੰਦੇ ਜਾ ਕੇ ਕੀ ਵੇਖਿਆ? ਕਹਿੰਦੇ ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਉਹਨਾਂ ਦੇ ਕੋਲ ਸਹਿਜ ਤੇ ਸੰਤੋਖ ਸੀ। ਤੇ ਜਦੋਂ ਉਹਨਾਂ ਨੂੰ ਪੁੱਛਿਆ ਰਾਹ ਕੀ ਹੈ, ਉਹਨਾਂ ਜਵਾਬ ਦਿੱਤਾ, ਕਹਿੰਦੇ ਪਿਰ ਰੀਸਾਲੂ ਤਾਂ ਮਿਲੈ, ਜਾਂ ਗੁਰ ਕਾ ਸ਼ਬਦ ਸੁਣੀ। ਛੋਟਾ ਜਿਹੀ ਗੱਲ ਦੱਸ ਦਿੱਤੀ, ਕੋਈ ਨਹੀਂ ਦੱਸਿਆ ਵੀ ਅਸ਼ਟਾਂਗ ਕਰ, ਕੋਈ ਨਹੀਂ ਦੱਸਿਆ ਵੀ ਥਾਲੀ ਲਿਆ ਤੇ ਦੀਵੇ ਮਚਾ ਤੇ ਆਰਤੀ ਕਰ, ਕੋਈ ਇਹ ਨਹੀਂ ਕਿਹਾ ਵੀ ਕਿਸ ਤਰ੍ਹਾਂ ਬਹਿਣਾ ਹੈ, ਕਿਸ ਤਰ੍ਹਾਂ। ਬਸ ਕੀ ਕਿਹਾ? ਇੱਕ ਇਸ਼ਾਰਾ ਕਰ ਦਿੱਤਾ, ਕਹਿਣ ਲੱਗੇ ਪਿਰ ਰਿਸਾਲੂ ਤਾਂ ਮਿਲੈ, ਜਾਂ ਗੁਰ ਕਾ ਸ਼ਬਦ ਸੁਣੀ। ਜਿਹੜੀ ਗੱਲ ਗੁਰੂ ਨਾਨਕ ਨੇ ਕਹੀ ਸੀ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਤੂੰ ਸੁਣ ਲੈ, ਤੈਨੂੰ ਮਿਲੇਗਾ, ਤੇਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਏਗਾ। ਕੱਲਾ ਸੁਣ। ਹਾਂ, ਜਦੋਂ ਤੂੰ ਸੁਣੇ ਉਦੋਂ ਤੂੰ ਬੋਲੀ ਨਾ ਵਿੱਚੋਂ। ਜਦੋਂ ਤੂੰ ਸੁਣੇ ਵਿੱਚੋਂ ਵਿੱਚੋਂ ਬੋਲੀ ਨਾ ਵੀ ਹੈ ਠੀਕ ਕਿ ਨਹੀਂ, ਕਿਤੇ ਧੋਖੇਬਾਜ਼ੀ ਤੇ ਨਹੀਂ, ਇਹ ਜਿਹੜਾ ਬੋਲ ਰਿਹਾ ਕਿਤੇ ਜਾਦੂਗਰ ਤੇ ਨਹੀਂ, ਗਲਤ ਥਾਂ ਤੇ ਨਹੀਂ ਲੈ ਕੇ ਜਾ ਰਿਹਾ। ਬਸ ਸੁਣੀ ਜਾਣਾ, ਵਹਿ ਜਾਣਾ ਉਸ ਨਹਿਰ ਦੇ ਵਿੱਚ, ਫਿਰ ਵੇਖੋ ਕਿੱਥੇ ਜਾਂਦੇ। ਇਸ ਲਈ ਦੋ ਚੀਜ਼ਾਂ ਨੇ ਬਾਣੀ ਦੇ ਸੰਬੰਧ ਵਿੱਚ, ਸੁਣਨਾ ਤੇ ਸਮਝਣਾ। ਖਿਆਲ ਰੱਖਿਓ,
ਸਮਝਣਾ ਤੇ ਸੁਣਨਾ ਇਕੱਠਾ ਹੋ ਸਕਦਾ ਹੈ, ਪਰ ਜਿੱਦਣ 100% ਸੁਣਿਆ ਉਦਣ ਸਮਝ ਨਹੀਂ ਸਕੋਗੇ, ਇਕੱਲਾ ਸੁਣੋਗੇ। ਸੁਣਨਾ ਹੋਰ ਚੀਜ਼ ਹੈ, ਸਮਝਣਾ ਹੋਰ ਚੀਜ਼। ਸਮਝਣਾ ਚੰਗੀ ਗੱਲ ਹੈ, ਬਾਣੀ ਵਿੱਚ ਕੀ ਲਿਖਿਆ ਤੇ ਉਹਦੇ ਅਰਥ ਕੀ ਨੇ, ਸਾਨੂੰ ਕੀ ਕਹਿ ਰਹੀ, ਚੰਗੀ ਗੱਲ ਤਾਂ ਹੈ, ਚੰਗੀ ਹੈ, ਪਰ ਵੱਡੀ ਨਹੀਂ। ਵੱਡੀ ਸੁਣਨਾ, ਤੇ ਉਹ ਸੁਣਨਾ ਕੀ? ਮੈਂ ਇੱਕ ਉਦਾਹਰਨ ਦੇ ਦਿਆਂ। ਤੁਸੀਂ ਕਹੋਗੇ ਸੁਣ ਕੇ ਕੀ ਆਇਆ, ਦੱਸ ਉਹਦੇ ਅਰਥ ਕੀ ਬਣਦੇ ਨੇ, ਕੀ ਸੁਣ ਕੇ ਆਇਆ? ਤੇ ਤੁਸੀਂ ਉਸ ਸੱਪ ਵੱਲ ਕਦੀ ਵੇਖਣਾ ਜਿਹੜਾ ਵੱਜਦੀ ਹੋਈ ਬੀਣ ਦੇ ਸਾਹਮਣੇ ਮਸਤ ਹੋ ਕੇ ਆਪਣਾ ਸਿਰ ਚੌਹਾਂ ਪਾਸੇ ਬੀਣ ਦੇ ਕਰਦਾ ਹੈ। ਉਹ ਜਿਹੜੀ ਬੀਣ ਵੱਜਦੀ ਉਹਦੇ ਅਰਥ ਕੱਢ ਕੇ ਦੱਸਣਾ ਕੀ ਕਹਿ ਰਹੀ ਹੈ। ਬੀਣ ਵੱਜਦੀ ਨਾ, ਉਹਦੀ ਤੁਸੀਂ ਡੈਫੀਨੇਸ਼ਨ ਕਰਨਾ ਵੀ ਕੀ ਹੈ, ਪਰਿਭਾਸ਼ਾ ਨਿਕਲੇਗੀ ਨਹੀਂ, ਕਿਉਂਕਿ ਉਹਦੇ ਅਰਥ ਨਹੀਂ ਬਣਦੇ। ਇੱਧਰ ਕੋਈ ਗੱਲ ਹੈ, ਤੁਸੀਂ ਉਹਨੂੰ ਸੁਣ ਰਹੇ ਹੋ ਇਕੱਲਾ ਤੇ ਸਮਝ ਰਹੇ ਹੋ। ਉਹਦੇ ਵਿੱਚ ਮੰਨ ਲਓ ਮੈਂ ਇੱਕ ਤੁਕ ਕਵਾਂ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਅਖਰੀ ਅਰਥ ਕਰੋਗੇ ਤੇ ਇਹਦੀ ਪਰਿਭਾਸ਼ਾ ਵੀ ਬਣ ਸਕਦੀ ਹੈ। ਵੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਭਗਤਾਂ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ, ਸੁਣਨ ਦੇ ਨਾਲ ਉਹਨਾਂ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ। ਇਹਦੇ ਅੱਖਰਾਂ ਦੇ ਅਰਥ ਬਣ ਗਏ। ਪਰ ਜਿਹੜੀ ਉਹ ਸੱਪ ਦੇ ਸਾਹਮਣੇ ਬੀਣ ਵੱਜਦੀ ਨਾ, ਜਿਹਦੇ ਅੱਗੇ ਉਹ ਮਸਤ ਹੋ ਜਾਂਦਾ, ਉਹਨੂੰ ਇਹ ਵੀ ਨਹੀਂ ਪਤਾ ਰਹਿੰਦਾ ਮੈਂ ਸੱਪ ਹਾਂ, ਚੇਤਾ ਭੁੱਲ ਜਾਂਦਾ ਵੀ ਡੰਗ ਮਾਰਨਾ, ਇਹ ਵੀ ਯਾਦ ਭੁੱਲ ਜਾਂਦੀ। ਇਹ ਵੀ ਨਹੀਂ ਚੇਤਾ ਰਹਿੰਦਾ ਵੀ ਕਿਤੇ ਮੈਨੂੰ ਕੋਈ ਫੜ ਕੇ ਪਟਾਰੀ ਵਿੱਚ ਨਾ ਪਾ ਲੈ। ਇਸ ਤਰ੍ਹਾਂ ਬਾਣੀ ਤੇ ਕੀਰਤਨ ਦੀ ਇੱਕ ਧੁਨ ਹੈ ਤੇ ਇੱਕ ਉਹਦੀ ਸਮਝ ਹੈ। ਧੁਨ ਦਾ ਮਤਲਬ ਸਿਰਫ ਬਾਣੀ ਦੀ ਆਵਾਜ਼ ਨਾਲ ਸੁਰਤ ਨੂੰ ਜੋੜਨਾ, ਉਹਨੂੰ ਕਹਿੰਦੇ ਸ਼ਬਦ ਸੁਰਤ ਦਾ ਧਿਆਨ। ਸੁਰਤ ਜਿਹੜੀ ਇਹ ਸ਼ਬਦ ਵਿੱਚ ਗਈ ਹੈ, ਉਹ ਧੁਨੀ ਦੇ ਵਿੱਚ ਲੱਗੀ ਹੋਈ ਹੈ, ਸਮਝਣ ਵਾਲੇ ਪਾਸੇ ਨਹੀਂ ਜਾ ਰਹੀ। ਸਮਝਣਾ ਹੋਰ ਚੀਜ਼ ਹੈ, ਬੁੱਧੀ ਦਾ ਵਿਸ਼ਾ ਹੈ। ਉਹ ਬੁੱਧੀ ਉੱਥੇ ਕੰਮ ਕਰੇਗੀ, ਗਿਣੇਗੀ, ਚੰਗੀ ਤਰ੍ਹਾਂ ਵੇਖੇਗੀ। ਉਹ ਕਰਨਾ ਚਾਹੀਦਾ ਜ਼ਰੂਰ, ਪਰ ਉਹ ਵੱਖਰਾ, ਉਹ ਇੱਕ ਵੱਖਰਾ ਹਿੱਸਾ ਹੈ। ਸੁਣਨਾ ਸਿਰਫ ਸੁਣਨਾ ਹੈ, ਉੱਥੇ ਕੋਈ ਅਰਥ ਨਹੀਂ ਦਿਸਣਗੇ। ਇਸ ਲਈ ਜੇ ਬਾਣੀ ਤੋਂ ਲਾਭ ਲੈਣਾ ਹੈ, ਸਮਝਣ ਦੇ ਵੇਲੇ ਸਮਝਣਾ, ਸੁਣਨ ਦੇ ਵੇਲੇ ਸੁਣਨਾ। ਉਦੋਂ ਸਿਰਫ ਸੁਣਨਾ, ਉਦੋਂ ਉਹਦੇ ਨਾਲ ਲੀਨ ਹੋਣ ਦਾ ਯਤਨ ਕਰਨਾ। ਸ਼ਬਦ ਦੇ ਜਿਹੜੀ ਆਵਾਜ਼ ਤੁਸੀਂ ਕਹੀ ਜਾ ਰਹੇ ਹੋ, ਜਿਹੜੀ ਬਾਣੀ ਤੁਸੀਂ ਪੜ੍ਹ ਰਹੇ ਹੋ, ਉਹਨੂੰ ਸੁਣੀ ਜਾਣਾ, ਸੁਣੀ ਜਾਣਾ। ਸੁਣ ਸੁਣ ਕੇ ਇੰਨੇ ਸੁਣਨਾ ਵੀ ਸੁਣਨ ਵਾਲਾ ਵਿੱਚ ਹੀ ਗੁੰਮ ਹੋ ਜਾਏ, ਉਹਦੇ ਗਵਾਚ ਹੀ ਜਾਏ, ਉਹ ਮਿਲੇ ਹੀ ਨਾ ਪਰਤ ਕੇ, ਉਹ ਸ਼ਬਦ ਦਾ ਰੂਪ ਹੀ ਹੋ ਜਾਏ, ਉਸ ਧੁਨ ਦੇ ਵਿੱਚ ਉਹ ਗਵਾਚ ਹੀ ਜਾਏ, ਫਿਰ ਉਹ ਸੁਣਨਾ ਹੋ ਗਿਆ। ਇੱਥੋਂ ਤੱਕ ਕੋਈ ਜਾਏਗਾ ਨਾ, ਤੇ ਉਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਵੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਜਦੋਂ ਮੈਂ ਗੱਲ ਕਰ ਰਿਹਾ ਸੀ, ਜੇ ਮਾਰਗ ਸਿੱਧਾ ਨਹੀਂ, ਰਾਹ ਵਿੱਚ ਭਟਕੇਗਾ ਵਿਅਕਤੀ। ਤੇ ਮਾਰਗ ਕਿਵੇਂ ਮਿਲਦਾ ਹੈ? ਉਹ ਗਲੀ ਕਿਹੜੀ ਹੈ? ਹਰ ਕੇ ਸੰਤ ਬਤਾਵਹੁ ਮਾਰਗ, ਰਸਤਾ ਦੱਸੋ। ਤੇ ਉਹਨਾਂ ਨੇ ਵੇਖ ਲਿਆ ਵੀ ਜਿਹੜਾ ਪੁੱਛਣ ਵਾਲਾ ਹੈ ਇੰਨਾ ਮੂਰਖ ਹੈ ਵੀ ਜੇ ਇਹਨੂੰ ਰਾਹ ਦੱਸਿਆ ਤੇ ਇਹਨੇ ਫਿਰ ਵੀ ਗਲਤ ਚਲੇ ਜਾਣਾ ਤਕਰੀਬਨ। ਵੀ ਜੇ ਇਹਨੂੰ ਦੱਸਿਆ ਨਾ, ਇਹ ਬੁੱਧੀ ਜਿਹੜੀ ਇਹਦੀ ਬਹੁਤ ਮੋਟੀ, ਇਹਨੇ ਨਹੀਂ ਸਮਝਣਾ, ਇਹ ਐਰੋ ਨਹੀਂ ਸਮਝਦਾ, ਇਸ਼ਾਰੇ ਨਹੀਂ ਸਮਝਦਾ। ਤੇ ਫਿਰ ਉਹਨਾਂ ਨੇ ਇੱਕ ਗੱਲ ਕੀਤੀ, ਕਹਿਣ ਲੱਗੇ ਵੀ ਤੇਰੇ ਵੱਸ ਦੀ ਗੱਲ ਨਹੀਂ, ਜਿਹੜਾ ਘਰ ਤੂੰ ਪੁੱਛ ਰਿਹਾ ਉਹ ਤੈਨੂੰ ਪਤਾ ਨਹੀਂ ਲੱਗਣਾ, ਵਲ ਵਿੰਗ ਬਹੁਤ ਨੇ। ਚੱਲ ਮੇਰੇ ਕੋਲ ਟਾਈਮ ਤੇ ਕੋਈ ਨਹੀਂ, ਹੁਣ ਤੂੰ ਮੈਨੂੰ ਪੁੱਛ ਹੀ ਬੈਠਾ ਹੈ। ਹੁਣ ਇੱਕ ਕੰਮ ਕਰੀ, ਤੂੰ ਮੇਰੇ ਪਿੱਛੇ ਪਿੱਛੇ ਆਈ ਜਾ। ਕਈ ਵਾਰੀ ਆਪਾਂ ਕਿਸੇ ਨੂੰ ਰਾਹ ਦੱਸਣਾ ਹੋਵੇ ਨਾ, ਉਹ ਰਾਹ ਪੁੱਛੇ ਤੇ ਦੱਸਿਆ ਉਹਨੂੰ ਸਮਝ ਨਹੀਂ ਆਉਂਦੀ ਦਿਸਦੀ, ਫਿਰ ਆਪਾਂ ਉਹਨੂੰ ਕਹਿੰਦੇ ਹਾਂ ਚੱਲ ਮੈਂ ਤੈਨੂੰ ਛੱਡ ਕੇ ਆਉਂਦਾ, ਤੈਨੂੰ ਮੈਂ ਲੈ ਕੇ ਚੱਲਣਾ। ਜਿੱਦਣ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਘਰ ਗਏ ਸਨ, ਘੋੜੀ ਤੇ ਚੜ੍ਹ ਕੇ ਆਏ ਸਨ, ਤੇ ਇਹ ਸਾਖੀ ਮੈਂ ਬਹੁਤ ਵਾਰੀ ਕਹਿਣਾ, ਪ੍ਰੀਤੀਵਾਨ ਬਹੁਤ ਹੈ, ਖਿੱਚ ਬਹੁਤ ਪਾਉਂਦੀ ਹੈ। ਗੁਰੂ ਨਾਨਕ ਸਾਹਿਬ ਅੱਗੋਂ ਕਹਿੰਦੇ ਲੈਣ ਲਈ ਗਏ, ਤੇ ਲਹਿਣੇ ਨੇ ਪੁੱਛਿਆ ਕੋਈ ਬਜ਼ੁਰਗ ਆ ਰਿਹਾ ਹੈ। ਪਤਾ ਨਹੀਂ ਸੀ ਵੀ ਇਹ ਗੁਰੂ ਨਾਨਕ ਦੇਵ ਨੇ। ਕੋਈ ਬਜ਼ੁਰਗ ਆ ਰਿਹਾ ਚਿੱਟੇ ਦਾੜੇ ਵਾਲਾ, ਬੜਾ ਮਸਤ ਚਾਲ ਵਿੱਚ ਤੁਰਦਾ ਹੈ, ਖੱਦਰ ਦਾ ਪਰਨਾ ਬੱਧਾ ਹੋਇਆ ਹੈ,
ਪੁਰਾਣੀ ਜਿਹੀ ਜੁੱਤੀ ਪਾ ਕੇ ਆ ਰਿਹਾ। ਘੋੜੀ ਰੋਕ ਕੇ ਪੁੱਛਿਆ, ਬਜ਼ੁਰਗਾ ਮੈਂ ਗੁਰੂ ਨਾਨਕ ਦੇ ਘਰ ਜਾਣਾ, ਰਸਤਾ ਕਿੱਧਰ? ਤੇ ਸਤਿਗੁਰਾਂ ਨੇ ਕਿਹਾ ਵੀ ਲੈਣਿਆ ਗੁਰੂ ਨਾਨਕ ਦੇ ਘਰ ਜਾਣੀ? ਕਹਿਣ ਲੱਗੇ ਹਾਂ। ਕਹਿੰਦੇ ਜੇ ਮੈਂ ਦੱਸਿਆ ਤੇ ਨਹੀਂ ਤੈਨੂੰ ਆਉਣਾ, ਚੱਲ ਮੈਂ ਤੈਨੂੰ ਛੱਡ ਹੀ ਆਉਣਾ। ਲੈ ਕੇ ਨਾਲ ਹੀ ਤੁਰ ਪੈਣਾ। ਇਹ ਗੱਲ ਬਿਲਕੁਲ ਸੱਚ ਹੈ। ਧਰਮ ਦਾ ਮਾਰਗ ਦੱਸਿਆਂ ਸਮਝ ਵਿੱਚ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ। ਫਿਰ ਦੱਸਣਾ ਕਿਉਂ ਚੱਲਦਾ ਹੈ? ਇਹ ਕਥਾਵਾਂ ਕਿਉਂ ਨੇ? ਤਾਂ ਕਿ ਬੰਦਾ ਪਿੱਛੇ ਤੁਰਨ ਵਾਸਤੇ ਤਿਆਰ ਹੋ ਜਾਏ। ਦੱਸਿਆਂ ਸਮਝ ਵਿੱਚ ਨਹੀਂ ਆਉਣਾ, ਐਵੇਂ ਭੁਲੇਖੇ ਵਿੱਚ ਨਾ ਰਹਿਣਾ। ਜੇ ਦੱਸਿਆਂ ਸਮਝ ਵਿੱਚ ਆਏਗਾ ਤੇ ਫਿਰ ਗੁਰਦੁਆਰਿਆਂ ਦੀ ਸੰਗਤ ਦੀ ਲੋੜ ਨਹੀਂ ਰਹੇਗੀ। ਫਿਰ ਤੇ ਨੈੱਟ ਤੋਂ ਰਸਤਾ ਲੱਭ ਲਓ, ਅਰਥ ਮਿਲਦੇ ਨੇ ਉੱਥੇ। ਇਸ ਤਰ੍ਹਾਂ ਕਰੀਏ, ਇੰਝ ਹੋ ਜੀਦਾ। ਇੱਥੇ ਦੱਸਣਾ ਸਿਰਫ ਤਾਂ ਹੈ ਕਿ ਬੰਦੇ ਨੂੰ ਸਮਰਪਿਤ ਹੋਣ ਦੀ ਜਾਚ ਆ ਜਾਏ। ਰਸਤਾ ਮਿਲਣਾ ਮਗਰ ਤੁਰਨ ਨਾਲ, ਪਿੱਛੇ ਤੁਰਨ ਨਾਲ। ਇਹਦੀ ਕੋਈ ਸਟੇਟਮੈਂਟ ਨਹੀਂ ਹੈ, ਕੋਈ ਵਿਆਖਿਆ ਨਹੀਂ ਰਸਤੇ ਦੀ, ਕੋਈ ਅੱਖਰ ਨਹੀਂ ਜਿਨ੍ਹਾਂ ਨਾਲ ਤੁਹਾਨੂੰ ਨਕਸ਼ਾ ਬਣਾ ਕੇ ਦੇ ਦੇ ਕੋਈ। ਤੇ ਜਦੋਂ ਹਰ ਕੇ ਸੰਤ ਬਤਾਵੋ ਮਾਰਗ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੂੰ ਪਤਾ ਸੀ, ਕੋਈ ਨਹੀਂ ਗਿਆ ਦੱਸਿਆ। ਉਹਨਾਂ ਨੇ ਕਿਹਾ ਵੀ ਸੱਜਣਾ ਦੱਸਿਆ ਪੁੱਛਿਆ ਕੋਈ ਨਹੀਂ ਬਣਨੀ, ਮੇਰੇ ਪਿੱਛੇ ਆ ਜਾ। ਹਮ ਪਿੱਛੇ ਲਾਗ ਚਲੀ। ਕਹਿੰਦੇ ਉਹਨਾਂ ਦੇ ਪਿੱਛੇ ਤੁਰ ਪਏ। ਜਿੱਧਰ ਉਹ ਗਏ ਸੀ ਮੈਂ ਵੀ ਚਲੇ ਗਏ। ਇੱਕ ਵਾਰੀ ਉਹ ਛੱਡ ਗਏ, ਫਿਰ ਮੈਨੂੰ ਆਉਣ ਜਾਣ ਦੀ ਜਾਚ ਆ ਗਈ। ਇੱਕ ਵਾਰੀ ਉਹਨਾਂ ਨੇ ਲਾ ਦਿੱਤਾ। ਕਾਹਦੇ ਵਾਸਤੇ ਨੇ? ਸੰਗਤ ਕਿਉਂ ਹੈ? ਇਹਦੀ ਜ਼ਰੂਰਤ ਕਿਉਂ ਹੈ? ਉਹ ਇੱਕ ਵਾਰੀ ਤੁਹਾਨੂੰ ਟਾਰਗੇਟ ਕਰ ਦੇਣਗੇ, ਇੱਕ ਵਾਰੀ ਤੁਹਾਨੂੰ ਨਿਸ਼ਾਨੇ ਤੇ ਖੜਾ ਕਰ ਦੇਣਗੇ ਵੀ ਤੂੰ ਇਸ ਥਾਂ ਤੇ ਕੰਮ ਕਰਨਾ ਹੈ। ਕੰਮ ਤੁਹਾਨੂੰ ਕਰਨਾ ਪਏਗਾ, ਖਿਆਲ ਰੱਖਣਾ। ਫਿਰ ਤੁਹਾਨੂੰ ਤੁਰਨਾ ਪਏਗਾ। ਇੱਕ ਵਾਰੀ ਉਹ ਤੁਹਾਨੂੰ ਝਟਕਾ ਦੇ ਕੇ ਖਿੱਚ ਕੇ ਲੈ ਜਾਣਗੇ ਸਿਰੇ ਤੇ, ਵਿਖਾ ਦੇਣਗੇ ਕੁਝ ਨਾ ਕੁਝ, ਪਰ ਫਿਰ ਤਿਲਕ ਜਾਏਗਾ ਵਿਅਕਤੀ। ਫਿਰ ਆਪ ਤੁਰਨਾ ਪਏਗਾ, ਲੱਭਣਾ ਪਏਗਾ। ਜਿਵੇਂ ਵੱਡੇ ਅਮਲੀ ਛੋਟਿਆਂ ਨੂੰ ਥੋੜ੍ਹੀ ਜਿਹੀ ਅਮਲ ਥੋੜ੍ਹਾ ਜਿਹਾ ਇੱਕ ਦਿਨ ਖਵਾ ਦਿੰਦੇ, ਉਹਦਾ ਥੋੜ੍ਹਾ ਜਿਹਾ ਸਰੂਰ ਆਉਂਦਾ, ਬੜੇ ਝੂਮਦੇ ਨੇ। ਫਿਰ ਦੂਜੇ ਦਿਨ ਫਿਰ ਮੰਗਣ ਆਉਂਦੇ ਨੇ। ਉਹ ਕਹਿੰਦੇ ਹੁਣ ਜਾ ਤੂੰ ਦਿਹਾੜੀ ਕਰਕੇ ਆਪ ਮੁੱਲ ਲੈ ਕੇ ਖਾਓ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਫਿਰ ਆਪਣਾ ਕੰਮ ਸਹਾਇਤਾ ਉਹ ਕਰਦੇ ਨੇ। ਰਸਤੇ ਵਿੱਚ ਜ਼ਰੂਰ ਸਹਾਇਕ ਹੁੰਦੇ ਨੇ, ਕੋਈ ਸ਼ੱਕ ਨਹੀਂ। ਪਰ ਸਤਿਗੁਰੂ ਨੇ ਕਿਹਾ ਵੀ ਇਹ ਮਾਰਗ ਤੇ ਨਹੀਂ ਬੰਦਾ ਤੁਰਦਾ। ਮਾਰਗ ਤੇ ਤਾਂ ਨਹੀਂ ਤੁਰਦਾ ਕਿਉਂਕਿ ਆਪ ਮੁਹਾਰੇ ਤੁਰੀ ਜਾ ਰਿਹਾ, ਆਪ ਆਪਣੇ ਹੰਕਾਰ ਦੇ ਆਸਰੇ ਤੁਰੀ ਜਾ ਰਿਹਾ। ਤਾਂ ਇਸ ਤਰ੍ਹਾਂ ਨਹੀਂ ਕਿਤੇ ਪਹੁੰਚਦਾ। ਬਸ ਠਾਠਾ ਬਾਗਾ ਚੱਲਦਾ ਰਹਿੰਦਾ। ਲੋਕ ਕਹੀ ਜਾਂਦੇ ਨੇ ਬਹੁਤ ਵੱਡਾ, ਬੜਾ ਵੱਡਾ ਧਾਰਮਿਕ ਬੰਦਾ ਹੈ, ਦਾਨੀ ਹੈ, ਸੇਵਾਦਾਰ ਹੈ, ਕਲਾਵਾਨ ਹੈ। ਇੱਥੋਂ ਤੱਕ ਬਈ ਲੋਕ ਗਿਆਨਵਾਨ ਵੀ ਕਹਿ ਦਿੰਦੇ ਨੇ ਤੇ ਕਦੀ ਕਦੀ ਸੰਤ ਵੀ ਕਹਿ ਦਿੰਦੇ ਜੀ, ਬਹੁਤ ਕੁਝ ਕਹਿ ਦਿੰਦੇ। ਉਹ ਲੋਕਾਂ ਨੇ ਕਿਹਾ ਤੇ ਪਤਾ ਸਾਨੂੰ ਵੀ ਹੁੰਦਾ ਵੀ ਆਪਾਂ ਹੈ ਨਹੀਂ, ਲੋਕਾਂ ਨੇ ਕਿਹਾ ਨਾ, ਗੁਰੂ ਨਾਨਕ ਨੇ ਥੋੜ੍ਹੀ ਕਿਹਾ ਹੈ। ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਕਹਿਣਗੇ ਵੀ ਤੂੰ ਇਹ ਹੈ, ਉਦਣ ਮੰਨਣਾ ਚਾਹੀਦਾ ਹੈ। ਇਹ ਲੋਕਾਂ ਦੇ ਐਕਸਰੇ ਹਮੇਸ਼ਾ ਗਲਤੀ ਹੁੰਦੇ ਨੇ। ਇਸ ਕਰਕੇ ਸਤਿਗੁਰੂ ਨੇ ਅੱਜ ਬਚਨ ਕੀਤਾ, ਕਹਿੰਦੇ ਖੋਹ ਲੈਣ ਵਾਲਾ ਹੈ ਤੂੰ, ਸਰਬੰਗ ਹਰਤਾ। ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ ਤੂੰ ਉਹਦੀ ਜ਼ਿੰਦਗੀ ਦੇ ਦੁੱਖਾਂ ਨੂੰ ਖੋਹ ਲੈਣਾ ਹੈ, ਚੋਰੀ ਕਰਕੇ ਲੈ ਜਾਣਾ। ਤੈਨੂੰ ਪਤਾ ਲੱਗਣ ਹੀ ਨਹੀਂ ਦਿੰਦਾ ਆਪਣੇ ਸੇਵਕ ਨੂੰ, ਆਪਣੇ ਪਿਆਰੇ ਨੂੰ, ਕਿ ਕਦੋਂ ਮੇਰੀ ਜ਼ਿੰਦਗੀ ਦੇ ਦੁੱਖ ਚੋਰੀ ਹੋ ਗਏ, ਖਤਮ ਹੋ ਗਏ, ਉਹਨਾਂ ਦੀ ਸਮਾਪਤੀ ਹੋ ਗਈ। ਇਸ ਕਰਕੇ ਹਰਤਾ ਦਾ ਅਰਥ ਹੈ ਹਰ ਲੈਣ ਵਾਲਾ, ਖੋਹ ਲੈਣ ਵਾਲਾ ਜਾਂ ਚੋਰੀ ਕਰਨ ਵਾਲਾ। ਸਰਬੰਗ ਕਰਤਾ, ਸਾਰਿਆਂ ਨੂੰ ਉਹਨੇ ਬਣਾਇਆ ਹੈ। ਇੱਕ ਇੱਕ ਜੀਵ ਦੀ ਨਾੜੀ ਉਹਨੇ ਆਪਣੇ ਸਾਹਮਣੇ ਰੱਖ ਕੇ ਬਣਾਈ ਹੈ। ਇੱਕ ਇੱਕ ਉਂਗਲ ਉਹਨੇ ਸਾਹਮਣੇ ਰੱਖ ਕੇ ਨਹੁੰ ਉਸਨੇ ਬਣਾਏ, ਅੱਖਾਂ ਬਣਾਈਆਂ, ਇੱਕ ਇੱਕ ਕੇਸ ਉਗਾਇਆ, ਇਹਨੂੰ ਸੁੰਦਰ ਬਣਾਇਆ ਹੈ। ਇੰਨਾ ਵੱਡਾ ਕਰਤਾ ਹੈ, ਇੰਨਾ ਵੱਡਾ ਸਿਰਜਣਹਾਰ ਹੈ। ਪਰ ਜਿਹਨੇ ਬਣਾਇਆ ਉਹਨੂੰ ਜਵਾਬ ਦੇ ਦਿੱਤਾ। ਭਾਈ ਗੁਰਦਾਸ ਜੀ ਨੇ ਕਿਹਾ ਅਕਿਰਤ ਘਣ ਜਿਹੜਾ ਮਨੁੱਖ ਹੈ ਉਹਦੇ ਵਰਗਾ ਪਾਪੀ ਕੋਈ ਨਹੀਂ। ਕੋਈ ਹਜ਼ਾਰਾਂ ਕਤਲ ਕਰਦਾ ਹੈ, ਹਥਿਆਰਾ ਬਣ ਸਕਦਾ ਹੈ, ਚੋਰ ਹੋ ਸਕਦਾ, ਡਕੈਤ ਹੋ ਸਕਦਾ। ਕਹਿੰਦੇ ਉਹਦੇ ਪਾਪ ਬਖਸ਼ਣੇ ਸੌਖੇ ਨੇ, ਪਰ ਅਕਿਰਤ ਘਣ, ਅਕਿਰਤ ਘਣ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਹੋਏ ਨੂੰ ਭੁਲਾਏ।
ਯਾਦ ਨਾ ਰੱਖੇ, ਉਹ ਕਿੰਨਾ ਮਾੜਾ ਹੈ। ਬੜੀਆਂ ਤੇਜ਼ ਤਰਾਰ ਇਹਦੇ ਵਿੱਚ ਉਦਾਹਰਨਾਂ ਦੇ ਕੇ ਅਕਿਰਤ ਘਣਤਾ ਦੇ ਖੂਹ ਵਿੱਚੋਂ ਨਿਕਲਣ ਵਾਸਤੇ ਸਾਨੂੰ ਭਾਈ ਸਾਹਿਬ ਨੇ ਇਸ਼ਾਰਾ ਕੀਤਾ ਹੈ। ਉਹ ਕਹਿੰਦੇ ਅਕਿਰਤ ਘਣ ਕਿੰਨਾ ਕੁ ਗਲੀਚ ਨੀਵਾਂ ਤੇ ਡਿੱਗਿਆ ਹੋਇਆ, ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਮੱਧ ਕਹਿੰਦੇ ਸ਼ਰਾਬ ਨੂੰ, ਕਹਿੰਦੇ ਇਹ ਅਪਵਿੱਤਰ ਚੀਜ਼ ਕਿਸੇ ਨੇ ਖਰੀਦੀ ਸ਼ਰਾਬ। ਇੱਕ ਕਹਿੰਦੇ ਕੋਈ ਅਵਾਰਾ ਕੁੱਤਾ ਮਾਰ ਲਿਆ, ਉਹਦਾ ਮਾਸ ਸ਼ਰਾਬ ਦੇ ਵਿੱਚ ਪਾ ਕੇ ਰਿੰਨਿਆ। ਹੁਣ ਧਿਆਨ ਦੇਣਾ, ਕਿੰਨੀਆਂ ਗਲੀਜ਼ ਚੀਜ਼ਾਂ ਨੇ ਵੀ ਜਿਨ੍ਹਾਂ ਦੀ ਵਿਆਖਿਆ ਵੀ ਮਾਹੌਲ ਨੂੰ ਖਰਾਬ ਕਰਦੀ। ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਜਦੋਂ ਰਿੰਨਿਆ ਗਿਆ, ਧਰਿਆ ਮਾਨਸ ਖੋਪਰੀ। ਉਹਨੂੰ ਰਿੰਨਣ ਤੋਂ ਬਾਅਦ ਕਿਸੇ ਮਰੇ ਹੋਏ ਬੰਦੇ ਦੀ ਖੋਪਰੀ ਰੁਲਦੀ ਸੀ ਸ਼ਮਸ਼ਾਨ ਘਾਟ ਵਿੱਚ। ਉਹਨੂੰ ਇੱਕ ਵੇਸਵਾ ਨੇ ਲਿਆ ਕੇ ਉਸ ਖੋਪਰੀ ਦੇ ਵਿੱਚ ਉਸ ਰਿੱਧੇ ਹੋਏ ਮਾਸ ਨੂੰ ਪਾਇਆ ਜਿਹੜਾ ਕੁੱਤੇ ਦਾ ਸੀ। ਧਰਿਆ ਮਾਨਸ ਖੋਪਰੀ ਤਿਸ ਢੱਕਣ ਤਾਸ। ਉਹਨੂੰ ਢੱਕਿਆ ਕਾਹਦੇ ਨਾਲ? ਰੱਤੂ ਭਰਿਆ ਕੱਪੜਾ ਤਿਸ ਢੱਕਣ ਤਾਸ। ਤੇ ਗੰਦੇ ਲਹੂ ਨਾਲ ਲਿਬੜਿਆ ਹੋਏ ਕੱਪੜੇ ਦੇ ਨਾਲ ਉਸ ਮਾਸ ਨੂੰ ਢੱਕ ਲਿਆ। ਇਹ ਚਾਰ ਚੀਜ਼ਾਂ ਬੜੀਆਂ ਅਪਵਿੱਤਰ ਹੋ ਗਈਆਂ। ਕੁੱਤੇ ਦਾ ਮਾਸ, ਸ਼ਰਾਬ, ਬੰਦੇ ਦੀ ਖੋਪਰੀ ਔਰ ਉਹਦੇ ਉੱਤੇ ਮੈਲਾ ਕੱਪੜਾ, ਚਾਰ ਚੀਜ਼ਾਂ ਹੋ ਗਈਆਂ। ਫਿਰ ਕਹਿੰਦੇ ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਵੇਸਵਾ ਨੇ ਉਸ ਖੋਪਰੀ ਦੇ ਵਿੱਚ ਪਾਇਆ ਹੋਇਆ ਮਾਸ ਆਪਣੇ ਸਿਰ ਤੇ ਰੱਖ ਲਿਆ, ਲੈ ਕੇ ਤੁਰ ਪਈ। ਜਦੋਂ ਜਾ ਰਹੀ ਸੀ ਬਾਜ਼ਾਰ ਵਿੱਚ ਤੇ ਅੱਗੋਂ ਕੋਈ ਮਨੁੱਖ ਮਿਲਿਆ, ਉਹਨੇ ਪਹਿਚਾਨ ਲਿਆ ਵੀ ਹੈ ਤਾਂ ਇਹ ਵੇਸਵਾ ਹੈ, ਸਿਰ ਤੇ ਕੀ ਚੁੱਕ ਕੇ ਲੈ ਕੇ ਜਾ ਰਹੀ ਹੈ, ਤੇ ਢੱਕਿਆ ਹੋਇਆ ਤੇ ਉਹ ਵੀ ਗੰਦੇ ਕੱਪੜੇ ਨਾਲ। ਉਹਨੇ ਪੁੱਛਿਆ ਵੀ ਤੂੰ ਇਹ ਕਿਉਂ, ਇਹ ਕੀ ਹੈ ਜਿਹੜਾ ਤੂੰ ਢੱਕ ਕੇ ਲੈ ਕੇ ਜਾ ਰਹੀ ਹੈ? ਉਹਨੇ ਜਵਾਬ ਦਿੱਤਾ ਵੀ ਇਹਦੇ ਵਿੱਚ ਇਹ ਚੀਜ਼ਾਂ ਨੇ, ਕੁੱਤੇ ਦਾ ਮਾਸ ਹੈ, ਮਾਸ ਵਿੱਚ ਰਿੰਨਿਆ, ਇਹ ਬੰਦੇ ਦੀ ਖੋਪਰੀ ਹੈ। 5 ਚੀਜ਼ਾਂ ਗਿਰੀਆਂ ਹੋਈਆਂ ਇਕੱਠੀਆਂ ਹੋ ਗਈਆਂ, ਅਪਵਿੱਤਰ। ਉਹਨੇ ਕਿਹਾ ਵੀ ਤੂੰ ਇੰਨੀ ਅਪਵਿੱਤਰ ਚੀਜ਼ ਨੂੰ ਢੱਕਿਆ ਕਾਹਤੋਂ ਹੋਇਆ? ਉਹਨੇ ਜਵਾਬ ਦਿੱਤਾ ਵੀ ਹੈ ਤਾਂ ਬੜੀ ਗਿਰੀ ਇਹ ਚੀਜ਼ ਸਾਰਾ ਕੁਝ, ਪਰ ਇੱਕ ਇਹਨਾਂ ਤੋਂ ਵੀ ਗਿਰੀ ਹੋਈ ਚੀਜ਼ ਧਰਤੀ ਤੇ ਹੈ। ਇਹਨਾਂ 5 ਚੀਜ਼ਾਂ ਤੋਂ, ਵੇਸਵਾ, ਸ਼ਰਾਬ, ਕੁੱਤੇ ਦਾ ਮਾਸ, ਬੰਦੇ ਦੀ ਖੋਪਰੀ ਤੇ ਮੈਲਾ ਕੱਪੜਾ, ਇਹਨਾਂ ਨਾਲੋਂ ਵੀ ਗਲੀਚ ਇੱਕ ਚੀਜ਼ ਹੈ। ਉਹ ਕਿਹੜੀ? ਕਹਿਣ ਲੱਗੀ ਜਿਹੜਾ ਬੰਦਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁੱਲ ਜਾਂਦਾ, ਉਹ ਅਕਿਰਤ ਘਣ ਇਹਨਾਂ ਤੋਂ ਵੀ ਭੈੜਾ ਹੈ। ਉਹਦੀ ਨਜ਼ਰ ਇਹਨਾਂ ਤੋਂ ਵੀ ਭੈੜੀ ਹੈ, ਇੰਨੀਆਂ ਚੀਜ਼ਾਂ ਤੋਂ। ਉਹਨੇ ਜਵਾਬ ਦਿੱਤਾ ਨਦਰੀ ਪਏ ਅਕਿਰਤ ਘਣ, ਮਤ ਹੋਏ ਵਿਨਾਸ਼। ਆਪਾਂ ਜਿਵੇਂ ਕਿਸੇ ਚੀਜ਼ ਨੂੰ ਲੈ ਕੇ ਜਾਂਦੇ ਹਾਂ, ਕਹਿੰਦੇ ਕਿਸੇ ਆਦਮੀ ਦੀ ਕਿਤੇ ਨਜ਼ਰ ਨਾ ਪੈ ਜਾਏ, ਖਰਾਬ ਨਾ ਹੋ ਜਾਏ ਖਾਣਾ, ਉਹਨੂੰ ਢੱਕ ਕੇ ਲੈ ਕੇ ਜਾਣਾ। ਤੇ ਜਿਸ ਬੰਦੇ ਨੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਣਾਏ ਏਡੇ ਬੇਸ਼ਕੀਮਤੀ ਸਰੀਰ, ਜਿਹਨੇ ਘੜਿਆ, ਬਣਾਇਆ, ਜਨਮ ਦਿੱਤਾ, ਪ੍ਰਬੰਧ ਕੀਤਾ, ਆਪਾਂ ਕਹਿੰਦੇ ਐਵੇਂ ਹੋ ਗਿਆ ਨਾ। ਉਹ ਕਿਹੜਾ ਕੋਲ ਬੈਠਾ ਹੋਇਆ ਸੀ, ਉਹਨੇ ਕਿਹੜਾ ਵੀ ਆਪਣੇ ਹੱਥਾਂ ਨਾਲ ਸਾਡੀ ਅੱਖ ਦੇ ਵਿੱਚ ਡੇਲਾ ਪਾਇਆ। ਜਿੱਦਣ ਗੁਰੂ ਕੇ ਸਵਾਰਿਓ ਇਹ ਚੀਜ਼ਾਂ ਸਾਡੇ ਤੋਂ ਖੁੱਸਦੀਆਂ ਨੇ, ਫਿਰ ਮਨੁੱਖ ਕਹਿੰਦਾ ਕੌਣ ਲੈ ਗਿਆ। ਇਸ ਲਈ ਤੁਸੀਂ ਕਦੀ ਵੇਖੋਗੇ ਜਿੱਦਣ ਬੰਦੇ ਦੀ ਮੌਤ ਹੁੰਦੀ ਹੈ ਨਾ, ਉੱਥੇ 4 ਬੰਦੇ ਬੈਠੇ ਹੋਣਗੇ, ਜਾ ਕੇ ਬਵੋ ਅਫਸੋਸ ਕਰਨ ਵਾਸਤੇ। ਉੱਥੇ ਸ਼ਬਦ ਕੀ ਨਿਕਲਣਗੇ ਮੂੰਹ ਤੋਂ? ਚਲੋ ਰੱਬ ਦਾ ਹੁਕਮ ਹੋਇਆ ਵੀ ਇਹਦਾ ਮਤਲਬ ਰੱਬ ਦੇ ਹੁਕਮ ਨਾਲ ਬੰਦਾ ਮਰਿਆ ਹੈ, ਜਿਵੇਂ ਹੈ ਇਹ ਉਹਨੇ ਕੀਤਾ ਕੰਮ। ਤਾਂ ਇੱਕ ਗੱਲ ਸਮਝ ਵੀ ਨਹੀਂ ਆਉਂਦੀ ਵੀ ਜਦੋਂ ਮੌਤ ਹੁੰਦੀ ਹੈ ਉਹਦਾ ਨਾਂ ਲਾ ਦਿੰਦੇ, ਉਹਦੇ ਤੋਂ ਪਹਿਲਾਂ ਜੋ ਕੁਝ ਹੁੰਦਾ ਕਦੀ ਨਹੀਂ ਕਿਹਾ ਵੀ ਉਹਨੇ ਕੀਤਾ ਹੈ। ਜਦੋਂ ਸਮਾਪਤੀ ਹੋ ਗਈ ਫਿਰ ਤੇ ਉਹਦੇ ਉੱਤੇ ਮੜ ਦਿੱਤਾ ਸਾਰਾ।
ਉਹਦੇ ਤੋਂ ਪਹਿਲਾਂ ਇਹ ਕਦੇ ਨਹੀਂ ਕਿਹਾ ਵੀ ਜਵਾਨੀ ਆ ਗਈ ਉਹਦੀ ਕਿਰਪਾ ਹੋਈ ਹੈ ਜਾਂ ਕੁਝ ਵੀ ਹੋਏ। ਇਸ ਕਰਕੇ ਗੁਰਸਿੱਖ ਦੇ ਜੀਵਨ ਵਿੱਚ ਕੀ ਹੈ, ਉਹਦੀ ਜ਼ਿੰਦਗੀ ਵਿੱਚ ਜੋ ਕੁਝ ਵਾਪਰਦਾ ਹੈ ਉਹ ਨਾਲੋਂ ਨਾਲ ਕਹੀ ਜਾਂਦਾ ਹੈ ਵੀ ਤੂੰ ਕੀਤਾ ਹੈ, ਤੂੰ ਕੀਤਾ ਹੈ। ਇਹ ਬੱਚੇ ਨੇ ਜਨਮ ਲਿਆ, ਇਹ ਵੀ ਤੂੰ ਦਿੱਤਾ ਹੈ। ਇਹ ਬੱਚਾ ਪਾਸ ਹੋਇਆ, ਇਹ ਵੀ ਤੂੰ ਕੀਤਾ ਹੈ। ਇਹ ਕਾਰੋਬਾਰ ਵਿੱਚ ਵਾਧਾ ਹੋਇਆ, ਇਹ ਵੀ ਤੂੰ ਕੀਤਾ ਹੈ। ਇਹ ਤੰਦਰੁਸਤੀ ਮਿਲੀ, ਇਹ ਵੀ ਤੂੰ ਦਿੱਤੀ ਹੈ। ਕਈ ਲੋਕ ਕਹਿੰਦੇ ਨੇ ਵੀ ਇਹ ਤੁਸੀਂ ਕਿਉਂ ਕਹਿੰਦੇ ਹੋ, ਤੇ ਜਵਾਬ ਇਹਦਾ ਇਹ ਭਾਈ ਜਿੱਦਣ ਮੌਤ ਹੋ ਗਈ ਉਦਣ ਜੋ ਕਹਿਣਾ ਵੀ ਤੂੰ ਕੀਤੀ ਹੈ, ਤੇ ਪਹਿਲੇ ਕੰਮ ਵੀ ਉਹਦੇ ਨਾਲ ਜੋੜ ਦਿਓ। ਫਿਰ ਪਹਿਲੇ ਕਿਉਂ ਨਹੀਂ ਜੋੜਦੇ, ਪਹਿਲੇ ਵੀ ਉਹਨੇ ਕੀਤੇ ਨੇ। ਤਾਂ ਜਿੱਦਣ ਇਸ ਤਰ੍ਹਾਂ ਅੰਦਰ ਦੀ ਭਾਵਨਾ ਵਾਲਾ ਜੀਵਨ ਬਣੇਗਾ, ਫਿਰ ਕੁਝ ਨਾ ਕੁਝ ਸਮਝ ਆਉਣੀ ਸ਼ੁਰੂ ਹੋਵੇਗੀ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ। ਉਹਦੇ ਤੋਂ ਪਹਿਲਾਂ ਤੇ ਇਹ ਸਾਧ ਸੰਗਤ ਗਧੇ ਦੇ ਅੱਗੇ ਬੀਣ ਵਜਾਉਣ ਵਾਲੀ ਕਹਾਣੀ, ਜਿੰਨਾ ਚਿਰ ਮੈਂ ਨਹੀਂ ਮਰਦੀ ਧਰਮ ਦੀ ਸਮਝ ਨਹੀਂ ਆਉਂਦੀ ਅੰਦਰ, ਜਿੰਨਾ ਚਿਰ ਬੰਦੇ ਦਾ ਲੋਜ ਨਹੀਂ ਹੁੰਦਾ, ਨਰਮ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਨੇ ਸਰਬੰ ਕਰਤਾ, ਸਾਰਿਆਂ ਦਾ ਕਰਤਾ ਉਹ ਹੈ, ਸਾਰਿਆਂ ਨੂੰ ਬਣਾਉਣ ਵਾਲਾ ਆਪ ਹੈ। ਫਿਰ ਹੋਰ ਡੂੰਘੇ ਚਲੇਗਾ ਕਲਗੀਧਰ ਪਾਤਸ਼ਾਹ, ਕਹਿੰਦੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ। ਪ੍ਰਾਣ ਕਹਿੰਦੇ ਨੇ ਜਿਹੜੇ ਸਾਡੇ ਸਵਾਸ ਚੱਲਦੇ ਨੇ ਗਲੇ ਤੋਂ ਲੈ ਕੇ ਨਾਭੀ ਤੱਕ, ਇਹਨਾਂ ਨੂੰ ਕਹਿੰਦੇ ਨੇ ਸਵਾਸ। ਇਹ ਚੱਲਦੇ ਨੇ ਆਕਸੀਜਨ ਨਾਲ। ਜੇ ਆਕਸੀਜਨ ਬੰਦ ਹੋ ਜਾਏ ਤੇ ਸਵਾਸ ਬੰਦ ਹੋ ਜਾਂਦੇ ਨੇ। ਇਹ ਜਿਹੜੇ ਸਵਾਸ ਨੇ ਇਹਨਾਂ ਦੇ ਵਿੱਚ ਇੱਕ ਸੂਖਸ਼ਮ ਤੱਤ ਹੈ, ਉਹਨੂੰ ਕਹਿੰਦੇ ਨੇ ਪ੍ਰਾਣ। ਉਹ ਵੱਖਰਾ ਹੈ, ਉਹ ਸਵਾਸ ਨਹੀਂ ਹੈ, ਖਿਆਲ ਰੱਖਣਾ, ਉਹ ਵੱਖਰਾ ਹੈ। ਪ੍ਰਾਣ ਉਹਨੂੰ ਕਹਿੰਦੇ ਨੇ। ਤਾਂ ਉਹ ਜਿਹੜੇ ਪ੍ਰਾਣ ਨੇ ਉਹ ਸਵਾਸ ਦੇ ਵਿੱਚ ਰਹਿੰਦੇ, ਜਾਂ ਇਉਂ ਕਹੀਏ ਕਿ ਸਵਾਸ ਹੈ ਉਹਨਾਂ ਦਾ ਘੋੜਾ ਤੇ ਪ੍ਰਾਣ ਨੇ ਉਹਦੇ ਉੱਤੇ ਬੈਠੀ ਹੋਈ ਸਵਾਰੀ। ਸਵਾਸਾਂ ਦੇ ਨਾਲ ਪ੍ਰਾਣ ਚੱਲਦੇ ਨੇ, ਤਾਂ ਸਵਾਸ ਚਲਾਉਣੇ ਪੈਂਦੇ। ਤੇ ਜਿੱਦਣ ਪ੍ਰਾਣ ਨਿਕਲ ਗਏ ਉਦਣ ਸਵਾਸ ਦੇ ਕੋਈ ਅਰਥ ਨਹੀਂ ਰਹਿੰਦੇ। ਆਕਸੀਜਨ ਤੇ ਮੂੰਹ ਨੂੰ ਲਾਈ ਹੁੰਦੀ, ਫਿਰ ਜਿਉਂਦਾ ਕਿਉਂ ਨਹੀਂ ਮਨੁੱਖ, ਕਿਉਂਕਿ ਵਿੱਚ ਉਹਦੀ ਰੂਹ ਨਿਕਲ ਗਈ। ਪ੍ਰਾਣ ਜਿਹੜੇ ਪ੍ਰਾਣ ਦਾ ਮਤਲਬ ਹੈ ਜਿਨ੍ਹੇ ਬਾਹਰਲੇ ਹਿੱਸੇ ਨੂੰ ਤੇ ਅੰਦਰਲੇ ਨੂੰ ਜੋੜਿਆ ਹੋਇਆ, ਸੰਪਰਕ ਕੀਤਾ। ਜਦੋਂ ਅੰਦਰ ਜਾਂਦਾ ਤੇ ਅੰਦਰ ਨਾਲ ਖਹਿ ਕੇ ਆਉਂਦਾ ਹੈ, ਜਦੋਂ ਬਾਹਰ ਜਾਂਦਾ ਤੇ ਬਾਹਰ ਨਾਲ ਸੰਬੰਧ ਜੁੜਦਾ ਹੈ। ਉਹ ਪ੍ਰਾਣ ਨਾਲ ਬੰਦਾ ਅੰਦਰ ਤੋਂ ਬਾਹਰ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਸਭ ਤੋਂ ਪਹਿਲੀ ਪ੍ਰਕਿਰਿਆ ਉਹਦੀ ਹੁੰਦੀ, ਉਹਦਾ ਪ੍ਰਾਣ ਤੋਰਿਆ ਜਾਂਦਾ ਹੈ। ਸਵਾਸ ਤੁਰਨਾ ਚਾਹੀਦਾ ਉਹਦਾ। ਜੇ ਸਵਾਸ ਨਹੀਂ ਤੁਰਿਆ ਤੇ ਉਹਦੀ ਮੌਤ ਹੋ ਸਕਦੀ ਹੈ। ਪ੍ਰਾਣ ਚੱਲਣਾ ਚਾਹੀਦਾ। ਤੇ ਜਿਉਂ ਹੀ ਉਹਦਾ ਪ੍ਰਾਣ ਅੰਦਰ ਦੇ ਕੇਂਦਰ ਤੋਂ ਹਿੱਲ ਕੇ ਬਾਹਰ ਵੱਲ ਆਉਂਦਾ ਹੈ, ਸਵਾਸ ਲੈਂਦਾ ਬੱਚਾ, ਲੈਂਦਿਆਂ ਸਾਰ ਉਹ ਰੋਂਦਾ ਹੈ, ਕਿਉਂਕਿ ਅੰਦਰ ਬੜੇ ਆਨੰਦ ਵਿੱਚ ਉਹਦਾ ਪ੍ਰਾਣ ਟਿਕਿਆ ਹੋਇਆ ਸੀ। ਕਈਆਂ ਯੋਗੀਆਂ ਦੇ ਸੰਬੰਧ ਵਿੱਚ ਆਉਂਦਾ ਹੈ ਵੀ ਉਹ ਪ੍ਰਾਣ ਚੜਾ ਲੈਂਦੇ ਸੀ, ਸਵਾਸ ਦੀ ਲੋੜ ਨਹੀਂ ਸੀ ਰਹਿੰਦੀ। ਪ੍ਰਾਣ ਨਾਲ ਵਿਅਕਤੀ ਜਿਉ ਸਕਦਾ ਹੈ, ਖੜੇ ਕਰ ਇਕੱਠੇ ਕਰ ਲੈਂਦਾ ਉਹਨਾਂ ਨੂੰ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ। ਜਿੱਦਣ ਸ਼ਬਦ ਪ੍ਰਾਣ ਦੇ ਵਿੱਚ ਚਲਾ ਗਿਆ ਉਦਣ ਕਾਰਵਾਈ ਕਰੇਗਾ ਬੜੀ ਸਖਤ ਸਰੀਰ ਦੇ ਉੱਤੇ। ਉਹਦੇ ਤੋਂ ਪਹਿਲਾਂ ਤੇ ਜਪਦਾ ਹੀ ਰਹਿੰਦਾ ਮਨੁੱਖ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ। ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ। ਇਹਨੂੰ ਕਹਿੰਦੇ ਨੇ ਤੂੰ ਹੀ ਮੇਰਾ ਪ੍ਰਾਣ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਰਬੰ ਪ੍ਰਾਣੰ, ਸਾਰਿਆਂ ਦੇ ਪ੍ਰਾਣ ਵਿੱਚ ਤੂੰ ਹੈ। ਫਿਰ ਕਹਿੰਦੇ ਸਰਬੰ ਤ੍ਰਾਣੰ, ਤ੍ਰਾਣੰ ਕਹਿੰਦੇ ਨੇ ਇਹਨੂੰ ਕਹਿੰਦੇ ਸ਼ਕਤੀ, ਤ੍ਰਾਣ। ਜਿਉਂਦੇ ਰਹਿਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਸ਼ਕਤੀਸ਼ਾਲੀ ਹੋਣਾ ਬਹੁਤ ਵੱਡੀ ਗੱਲ ਹੈ। ਜਿਵੇਂ ਜਿਉਂਦੇ ਤਾਂ ਬਹੁਤ ਨੇ, ਪਰ ਜਦੋਂ ਬੰਦੇ ਦਾ ਤ੍ਰਾਣ ਨਸ਼ਟ ਹੋ ਜਾਂਦਾ ਹੈ ਉਦੋਂ ਉਹ ਤੁਰ ਨਹੀਂ ਸਕਦਾ। ਬੈੱਡ ਤੇ ਪਿਆ ਹੋਇਆ ਬੈਠਾ ਹੈ, ਸਰੀਰ ਵਿੱਚ ਤਾਕਤ ਨਹੀਂ, ਸ਼ਕਤੀ ਨਹੀਂ। ਤਾਂ ਇਹ ਤ੍ਰਾਣ ਜਿਹੜਾ ਹੈ, ਸ਼ਕਤੀ ਹੈ, ਇਹ ਗੁਰੂ ਸਾਹਿਬ ਕਹਿੰਦੇ ਵੀ ਤੂੰ ਹੀ ਹੈ। ਤੂੰ ਸਾਰਿਆਂ ਦੇ ਵਿੱਚ ਤ੍ਰਾਣ ਬਣ ਕੇ ਬੈਠਾ ਹੈ। ਫਿਰ ਕਹਿੰਦੇ ਸਰਬੰ ਕਰਮੰ ਸਰਬੰ ਧਰਮੰ। ਜਿੰਨੇ ਧਰਮ ਨੇ
ਉਹਨਾਂ ਵਿੱਚ ਤੇਰਾ ਹੀ ਨਿਵਾਸ ਹੈ, ਔਰ ਜਿੰਨੇ ਕਰਮ ਨੇ ਉਹਨਾਂ ਵਿੱਚ ਵੀ ਤੂੰ ਲੁਕ ਕੇ ਬੈਠਾ ਹੈ। ਕੋਈ ਕਿਸੇ ਕਰਮ ਦੀ ਠੀਕ ਵਰਤੋਂ ਕਰ ਗਿਆ ਤੇ ਉਹ ਧਰਮ ਬਣ ਜਾਏਗਾ, ਜੇ ਕਰਮ ਦੀ ਵਰਤੋਂ ਗਲਤ ਹੋ ਗਈ ਤੇ ਕਾਂਡ ਬਣ ਜਾਏਗਾ। ਦੋ ਚੀਜ਼ਾਂ ਨੇ, ਕਰਮ ਧਰਮ ਤੇ ਕਰਮ ਕਾਂਡ। ਕਰਮ ਕੀਤਾ, ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਕਰਨੀ, ਦਾਨ ਕਰਨਾ, ਛਬੀਲ ਲਾਉਣੀ, ਲੰਗਰ ਲਾਉਣੇ, ਇਹ ਇੱਕ ਐਕਸ਼ਨ ਹੈ ਕਰਮ। ਕਰਮ ਦੇ ਵਿੱਚ ਜਿੱਦਣ ਧਰਮ ਆ ਗਿਆ, ਜਿੱਦਣ ਪ੍ਰਸ਼ਾਦਾ ਵਰਤਾਇਆ, ਇਸ ਲਈ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਉਹਨਾਂ ਦੇ ਵਿੱਚ ਜਦੋਂ ਪ੍ਰਸ਼ਾਦਾ ਵਰਤਾਉਂਦੇ ਨਾ ਤਾਂ ਉਹ ਪ੍ਰਸ਼ਾਦਾ ਦੇਣ ਲੱਗਿਆ ਇੱਕ ਸ਼ਬਦ ਕਹਿੰਦੇ ਨੇ, ਪ੍ਰਸ਼ਾਦਾ ਵਾਹਿਗੁਰੂ। ਉਹਦਾ ਕੀ ਅਰਥ ਹੈ? ਉਹਦਾ ਮਤਲਬ ਕਿ ਤੂੰ ਜਿਹਨੂੰ ਪ੍ਰਸ਼ਾਦਾ ਛਕਾ ਰਿਹਾ ਉਹ ਮਨੁੱਖ ਨਹੀਂ, ਉਹ ਰੱਬ ਹੈ। ਤੂੰ ਇਸ ਭਾਵ ਨਾਲ ਵੰਡਣਾ ਹੈ, ਉਹਨੂੰ ਖਵਾ ਰਿਹਾ, ਤੂੰ ਉਹਨੂੰ ਦੇ ਰਿਹਾ ਹੈ। ਜੇ ਉੱਥੇ ਤੇਰੀ ਮਿਹਰ ਤੇਰ ਹੈ ਬਈ ਤੂੰ ਪ੍ਰਸ਼ਾਦਾ ਛਕਾ ਰਿਹਾ, ਪ੍ਰਸ਼ਾਦਾ ਵੰਡ ਰਿਹਾ, ਤੇ ਮੈਂ ਇਸ ਤਰ੍ਹਾਂ ਦੇ ਵੀ ਸੇਵਾਦਾਰ ਵੇਖੇ ਵਰਤਾਉਂਦਿਆਂ ਵਰਤਾਉਂਦਿਆਂ ਦੋ ਚਾਰਾਂ ਨੂੰ ਛੱਡ ਵੀ ਜਾਂਦੇ ਜਿਨ੍ਹਾਂ ਨੂੰ ਲੜੇ ਹੁੰਦੇ ਨੇ, ਇਹਨਾਂ ਨੂੰ ਨਹੀਂ ਦੇਣਾ, ਤਾਂ ਫਿਰ ਬਹੁਤ ਵੱਡਾ ਫਰਕ ਪੈ ਗਿਆ। ਫਿਰ ਉਹ ਅਰਥ ਨਹੀਂ ਨਿਕਲੇ। ਨਾਲੇ ਲੰਗਰ ਵਰਤਾਉਣ ਦੀ ਜਿਹੜੀ ਪ੍ਰਕਿਰਿਆ ਹੈ ਇਹ ਬੜੀ ਵੱਡੀ ਵਿਗਿਆਨਕ ਹੈ, ਕਿਉਂਕਿ ਜਦੋਂ ਕਿਸੇ ਨੂੰ ਕੋਈ ਪ੍ਰਸ਼ਾਦਾ ਦਿੰਦਾ ਹੈ ਤੇ ਲੈਣ ਵਾਲਾ ਹੱਥ ਕਰਦਾ ਹੈ ਨਾ, ਉਹ ਲੈਣ ਵਾਲਾ ਭਾਵੇਂ ਕਿੱਡਾ ਵੱਡਾ ਹੰਕਾਰੀ ਹੋ ਜਾਏ, ਇੱਕ ਵਾਰੀ ਉਹ ਭਿਖਾਰੀ ਦੀ ਮੁਦਰਾ ਵਿੱਚ ਚਲਾ ਜਾਂਦਾ ਹੈ, ਕਿਉਂਕਿ ਹੱਥ ਖੜੇ ਕਰ ਲਏ, ਭਾਵੇਂ ਬਾਦਸ਼ਾਹ ਹੈ। ਜਦੋਂ ਉਹਨੇ ਹੱਥ ਹੀ ਅੱਡ ਲਏ, ਹੱਥ ਅੱਡਣ ਦਾ ਕੀ ਮਤਲਬ? ਮੈਨੂੰ ਦਿਓ, ਮੈਂ ਭੁੱਖਾ ਹਾਂ, ਉਹਦੇ ਕੀ ਅਰਥ ਹੋਣਗੇ? ਭਿਖਾਰੀ ਦੀ ਮੁਦਰਾ ਹੈ, ਭਿਖਾਰੀ ਦੀ ਪੋਜੀਸ਼ਨ ਵਿੱਚ ਚਲਾ ਜਾਂਦਾ ਹੈ। ਉਹਦੇ ਅੰਦਰੋਂ ਕੋਈ ਚੀਜ਼ ਘਟਦੀ ਹੈ ਜਿਹੜੀ ਉਹਨੂੰ ਜਕੜਿਆ ਹੋਇਆ, ਜਿਸ ਨੇ ਹੰਕਾਰ ਨੇ। ਤੇ ਜਿਹੜਾ ਦੇਣ ਵਾਲਾ ਹੈ, ਲੈਣ ਵਾਲੇ ਦੀਆਂ ਅੱਖਾਂ ਉੱਠਦੀਆਂ ਨੇ ਦੇਣ ਵਾਲੇ ਵੱਲ, ਦੇਣ ਵਾਲੇ ਦੀਆਂ ਅੱਖਾਂ ਉਹਦੇ ਤੇ ਦੇਣ ਵਾਲਾ ਫਿਰ ਇਹ ਸੋਚ ਕੇ ਨਹੀਂ ਦਿੰਦਾ ਮੈਂ ਦੇ ਰਿਹਾ, ਉਹ ਫਿਰ ਦਿੰਦਾ ਦਾਨ ਦੇ ਰੂਪ ਵਿੱਚ, ਦਾਨ ਦੇ ਰੂਪ, ਵੰਡਦਾ ਪਿਆਰ ਨਾਲ ਵੀ ਤੂੰ ਖਾਏਗਾ ਤੈਨੂੰ ਤ੍ਰਿਪਤੀ ਮਿਲੇਗੀ। ਉਹਨੂੰ ਕਹਿੰਦੇ ਬਖਸ਼ਿਸ਼ ਦੀ ਮੁਦਰਾ। ਦੇਣ ਵਾਲੇ ਦੇ ਵਿੱਚ ਬਖਸ਼ਿਸ਼ ਦੀ ਮੁਦਰਾ ਹੁੰਦੀ ਏ ਤੇ ਲੈਣ ਵਾਲੇ ਵਿੱਚ ਭਿਖਾਰੀ ਦੀ ਮੁਦਰਾ ਹੁੰਦੀ ਏ। ਉੱਥੇ ਫਿਰ ਰੱਬ ਤੇ ਉਹਦੇ ਭਗਤ ਦਾ ਸੰਬੰਧ ਜੁੜ ਜਾਂਦਾ, ਆਪ ਹੀ ਤੇ ਹੈ ਦੋਵਾਂ ਵਿੱਚੋਂ। ਜੇ ਇਸ ਤਰ੍ਹਾਂ ਲੰਗਰ ਵਰਤਾਇਆ ਜਾਏ, ਇਸ ਲਈ ਤੁਸੀਂ ਇਤਿਹਾਸ ਪੜ੍ਹੋਗੇ, ਬੜੇ ਬੜੇ ਲੰਗਰ ਵਰਤਾਉਣ ਵਾਲੇ ਬੜੀ ਜਲਦੀ ਧਾਰਮਿਕ ਵਿਕਾਸ ਉਹਨਾਂ ਮੰਜ਼ਲਾਂ ਤੇ ਚਲੇਗਾ ਜਿੱਥੇ ਜਪ ਤਪ ਨਹੀਂ ਸੀ ਲੈ ਕੇ ਜਾ ਸਕਦੇ। ਬੜੀ ਜਲਦੀ ਚਲੇਗਾ, ਐਵੇਂ ਨਹੀਂ ਚਲੇਗਾ ਸਿੱਧੇ, ਇਸ ਤਰ੍ਹਾਂ ਗਏ ਉਹ, ਇਸ ਤਰੀਕੇ ਨਾਲ। ਔਰ ਛਕਣ ਵਾਲੇ ਵੀ ਚਲੇ ਗਏ। ਲੰਗਰ ਛਕਣਾ ਵੀ ਇੱਕ ਜੁਗਤ ਹੈ, ਕਿਹੜੇ ਤਰੀਕੇ ਨਾਲ ਛਕ ਰਹੇ ਹੋ। ਇਹ ਨਹੀਂ ਵੀ ਜੇ ਸੰਗਰਾਂਦ ਵਾਲੇ ਦਿਨ ਜਿੰਨੇ ਵਰਤਾਵੇ ਆਉਂਦੇ ਨੇ ਵੱਡੀ ਸਾਰੀ ਥਾਲੀ ਲੈ ਕੇ ਫੁੱਲ ਕਰ ਲਓ, ਜਿੰਨਾ ਖਾ ਲਓ, ਜੋ ਖਾਧਾ ਜਾਏ ਛਕ ਲਓ। ਪ੍ਰਸ਼ਾਦ ਦਾ ਮਤਲਬ ਹੀ ਇਹ ਹੈ ਜਿਹਨੂੰ ਭਾਵ ਨਾਲ ਛਕਣਾ, ਪ੍ਰੇਮ ਨਾਲ। ਉਸ ਪ੍ਰਸ਼ਾਦਿਆਂ ਦੇ ਵਿੱਚ, ਉਸ ਲੰਗਰ ਦੇ ਵਿੱਚੋਂ ਕੁਝ ਲੈਣਾ। ਵੈਸੇ ਤਾਂ ਸਾਡੇ ਲੰਗਰਾਂ ਦਾ ਰੂਪ ਜਿਹੜਾ ਹੈ, ਗੁਰੂ ਕਿਰਪਾ ਕਰੇ ਠੀਕ ਹੋ ਜਾਏ, ਜਿੰਨੀ ਆਵਾਜ਼ ਸਾਡੇ ਲੰਗਰਾਂ ਵਿੱਚੋਂ ਆਉਂਦੀ ਹੈ ਉਹਨੂੰ ਵੇਖ ਕੇ ਕਹਿਣਾ ਪੈਂਦਾ ਗੁਰੂ ਕਾ ਲੰਗਰ ਹੈ ਨਹੀਂ। ਲੰਗਰ ਵਿੱਚ ਇੰਨੀ ਆਵਾਜ਼। ਹੁਣੇ ਉੱਠ ਕੇ ਗਏ ਸੀ, 1 ਘੰਟਾ ਕੀਰਤਨ ਸੁਣਿਆ ਜਾਂ ਕਥਾ ਜਾਂ ਪਾਠ ਕੀਤਾ, ਤੇ ਬਾਹਰ ਨਿਕਲਦਿਆਂ ਸਾਰ ਸਾਰੇ ਬੋਲਣ ਲੱਗ ਪਏ। ਇਹਦਾ ਮਤਲਬ ਕੀ ਹੈ? ਇੱਕ ਬੰਦੇ ਨੇ 2 ਘੰਟੇ ਪਾਠ ਕੀਤਾ, ਰੋਲ ਲਾਈ ਜਾਂ ਕੋਈ ਬਾਣੀ ਪੜ੍ਹੀ, ਤੇ ਉਹ ਗੇਟ ਤੋਂ ਬਾਹਰ ਨਿਕਲਦਿਆਂ ਬੋਲਣ ਲੱਗ ਪਿਆ। ਦੇ ਅਰਥ ਕੀ ਨੇ? ਉਸ ਬਾਣੀ ਨੇ ਉਹਦੇ ਮਨ ਤੇ ਅਸਰ ਹੀ ਨਹੀਂ ਕੀਤਾ, ਤਾਂ ਹੀ ਬੋਲਣ ਲੱਗਾ ਹੈ। ਨਹੀਂ ਤੇ ਘੱਟੋ ਘੱਟ ਅੱਧਾ ਘੰਟਾ ਖਾਮੋਸ਼ ਰਹਿਣਾ ਚਾਹੀਦਾ ਸੀ, ਉਹਦੇ ਸ਼ਬਦ ਹੀ ਅੰਦਰੋਂ ਖਤਮ ਹੋ ਜਾਣੇ ਚਾਹੀਦੇ ਸਨ। ਤਾਂ ਲੰਗਰ ਦੀ ਇੱਕ ਮਰਿਆਦਾ ਹੈ ਕਿ ਜਿਹੜੇ ਵਰਤਾਵੇ ਨੇ ਉਹ ਇਸ਼ਾਰੇ ਨਾਲ ਕੰਮ ਕਰਨ, ਬੋਲਣ ਨਾ। ਜਿਹੜੇ ਖਾਣ ਵਾਲੇ ਨੇ ਉਹ ਮੰਗਣ ਨਾ, ਉਹ ਵੀ ਨਾ ਬੋਲਣ, ਜੋ ਕੁਝ ਮਿਲੇ ਉਹ ਖਾ ਲੈਣ। ਉਸ ਲੰਗਰ ਦੇ ਵਿੱਚੋਂ ਆਵਾਜ਼ ਨਹੀਂ ਆਉਣੀ ਚਾਹੀਦੀ। ਕੋਈ ਬਾਹਰੋਂ ਜਾਏ ਤੇ ਹੈਰਾਨ ਹੋ ਜਾਏ ਵੀ ਇੱਥੇ ਤੇ ਆਵਾਜ਼ ਹੀ ਕੋਈ ਨਹੀਂ, ਇੰਨੇ ਲੋਕ ਬੈਠੇ ਹਜ਼ਾਰਾਂ ਦੀ ਗਿਣਤੀ ਵਿੱਚ। ਪਰ ਜੇ ਉਸ ਥਾਂ ਤੋਂ ਇੰਨਾ ਚੀਕ ਚਿਹਾੜਾ
ਇੰਨੀ ਕੁਰਲਾਹਟ ਉੱਚੀ ਉੱਚੀ ਬੋਲ ਰਹੇ ਹਾਂ ਤਾਂ ਇੰਨੀ ਆਵਾਜ਼ ਤੇ ਕਿਸੇ ਹੋਟਲ ਵਿੱਚੋਂ ਵੀ ਨਹੀਂ ਆਉਂਦੀ, ਉੱਥੇ ਵੀ ਲੋਕ ਆਰਾਮ ਨਾਲ ਖਾਂਦੇ ਨੇ। ਤਾਂ ਫਰਕ ਪੈਣਾ ਚਾਹੀਦਾ। ਧਾਰਮਿਕ ਥਾਂ ਦਾ ਮਤਲਬ ਹੈ, ਸੰਗਤ ਦਾ ਮਤਲਬ ਹੈ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤੁਸੀਂ ਵੇਖਿਆ ਹੋਵੇਗਾ ਕਿ ਮੱਖੀਆਂ ਦਾ, ਸ਼ਹਿਦ ਦੀਆਂ ਮੱਖੀਆਂ ਦਾ ਬਹੁਤ ਵੱਡਾ ਛੱਤਾ ਹੁੰਦਾ ਹੈ, ਉਹਦੇ ਉੱਤੇ 10-15 ਹਜ਼ਾਰ ਮੱਖੀਆਂ ਬੈਠੀਆਂ ਹੁੰਦੀਆਂ। ਕੋਲੋਂ ਗੁਜ਼ਰੀਏ ਤੇ ਜਦੋਂ ਬੰਦਾ ਉਹਨਾਂ ਨੂੰ ਵੇਖਦਾ ਨਾ, ਇੱਕ ਵਾਰੀ ਬੰਦੇ ਨੂੰ ਇਹ ਹੁੰਦਾ, ਵੇਖਣ ਵਾਲੇ ਨੂੰ, ਦਰਸ਼ਕ ਨੂੰ, ਵੀ ਆਪਣੇ ਸਵਾਸ ਹੌਲੀ ਕਰ ਲਵਾਂ, ਕਿਉਂਕਿ ਇੱਥੇ ਇੰਨੀ ਵੀ ਆਵਾਜ਼ ਨਹੀਂ ਸਵਾਸ ਲੈਣ ਦੀ, ਇੰਨੀਆਂ ਮੱਖੀਆਂ ਬੈਠੀਆਂ ਨੇ, ਕੋਈ ਆਵਾਜ਼ ਨਹੀਂ। ਤਾਂ ਉਦਾਹਰਨ ਦਿੱਤੀ, ਸਤ ਸੰਗਤ ਕਿਹਨੂੰ ਕਹਿੰਦੇ? ਜਿੱਥੋਂ ਆਵਾਜ਼ ਨਹੀਂ ਆਉਂਦੀ, ਜਿੱਥੇ ਕੋਈ ਬੋਲਦਾ ਨਹੀਂ। ਤਾਂ ਉਹ ਸਤ ਸੰਗਤ ਕਿਵੇਂ ਹੋ ਸਕਦੀ? ਜਿਹੜਾ ਬਾਹਰੋਂ ਆਇਆ ਉਹਨੇ ਆਪਣੇ ਕੰਨ ਨੂੰ ਫੋਨ ਲਾਇਆ ਹੋਇਆ ਹੈ, ਉੱਧਰੋਂ ਮੱਥਾ ਟੇਕ ਰਿਹਾ, ਉੱਧਰੋਂ ਉਹ ਸੈੱਲ ਫੋਨ ਚੱਲ ਰਿਹਾ ਹੈ। ਇੱਕ ਤਾਂ ਮੈਂ ਇਹ ਵੀ ਸੱਜਣ ਵੇਖੇ, ਕਿਸੇ ਥਾਂ ਤੇ ਮੱਥਾ ਟੇਕਿਆ, ਫੋਨ ਆ ਗਿਆ, ਅਰਦਾਸ ਵਿੱਚ ਹੀ ਛੱਡ ਕੇ ਫੋਨ ਸੁਣਨ ਲੱਗ ਪਏ। ਸੁਣਦਾ ਸੁਣਦੀ ਪਰਿਕਰਮਾ ਕਰ ਲਈ, ਫਿਰ ਮੱਥਾ ਟੇਕਿਆ, ਸੁਣਦੇ ਹੀ ਬਾਹਰ ਨਿਕਲ ਗਏ। ਕਿਹਦੇ ਕੋਲ ਆਏ ਸੀ? ਆਦਮੀ ਨੇ ਇੱਕ ਸਧਾਰਨ ਡਾਕਟਰ ਕੋਲ ਜਾਣਾ ਹੋਵੇ ਤੇ ਉਹਨੂੰ ਫਿਕਰ ਪੈ ਜਾਂਦਾ ਹੈ, ਅੱਗੇ ਲਿਖਿਆ ਹੁੰਦਾ ਫੋਨ ਬੰਦ ਕਰਕੇ ਆਓ। ਜੇ ਉੱਥੇ ਵੱਜ ਜਾਏ ਤੇ ਉਹਦੇ ਮਨ ਵਿੱਚ ਹੁੰਦਾ ਵੀ ਕਿਉਂ ਵੱਜਿਆ। ਕਿਸੇ ਆਫੀਸਰ ਨੂੰ ਮਿਲਦਾ ਹੈ ਜਾਂ ਕਿਸੇ ਕਲਾਸ ਵਿੱਚ ਜਾਂਦਾ ਵਿਦਿਆਰਥੀ, ਉੱਥੇ ਫੋਨ ਨਹੀਂ ਵੱਜਦੇ। ਗੁਰੂ ਨਾਨਕ ਨੂੰ ਕਹਿੰਦੇ ਸਭ ਤੋਂ ਵੱਡਾ ਤੇ ਕਰਦੇ ਇੱਥੇ ਸਾਰਾ ਕੁਝ ਅਸੀਂ, ਵਿੱਚ ਹੀ ਫੋਨ ਚੱਲੀ ਜਾਂਦੇ ਨੇ, ਵਿੱਚ ਹੀ ਗੱਲਬਾਤ ਸੁਣੀ ਜਾਂਦੇ ਹਾਂ, ਕਰੀ ਜਾਂਦੇ ਹਾਂ ਸਭ ਕੁਝ। ਇਸ ਕਰਕੇ ਇੱਥੋਂ ਕੁਝ ਪ੍ਰਾਪਤ ਨਹੀਂ ਹੁੰਦਾ। ਸਤ ਸੰਗਤ ਦਾ ਮਤਲਬ ਹੈ ਘੱਟੋ ਘੱਟ ਇਸ ਬਾਉਂਡਰੀ ਵਿੱਚ, ਇਸ ਚਾਰ ਦੀਵਾਰੀ ਵਿੱਚ ਵਿਅਕਤੀ ਇਸ ਤਰ੍ਹਾਂ ਆਵੇ ਜਿਹਨੂੰ ਵੇਖ ਕੇ ਦੂਸਰਾ ਵਿਅਕਤੀ ਵੀ ਪ੍ਰਭਾਵਿਤ ਹੋ ਜਾਏ, ਉਹਦੇ 'ਤੇ ਵੀ ਅਸਰ ਪਵੇ। ਤੇ ਜੇ ਇੱਥੇ ਉਹੀ ਭਾਸ਼ਾ ਜਿਹੜੀ ਬਾਜ਼ਾਰ ਵਿੱਚ ਕੁਰਲਾਹਟ ਹੈ ਉਹ ਵੀ ਇੱਥੇ ਚੱਲਦੀ ਰਹੇ, ਫਿਰ ਕੀ ਅਰਥ ਹੋਏ ਉਸ ਚੀਜ਼ ਦੇ? ਕੁਝ ਬਦਲਣਾ ਚਾਹੀਦਾ। ਜਦੋਂ ਐਂਟਰੀ ਕਰੋ, ਜਦੋਂ ਬਾਹਰਲੇ ਗੇਟ ਤੋਂ ਅੰਦਰ ਆਓ ਤੇ ਆਪਣੇ ਆਪ ਦੀ ਮੁੰਦਰਾ ਨੂੰ ਇੱਕਦਮ ਸ਼ਾਂਤ ਤਬਦੀਲ ਕਰ ਦਿਓ, ਤਾਂ ਕਿ ਇੱਥੋਂ ਕੁਝ ਗੁਰੂ ਚਰਨਾਂ ਵਿੱਚ ਵਹਿੰਦੀਆਂ ਹੋਈਆਂ ਬਖਸ਼ਾਂ ਦੀ ਤੁਹਾਡੇ ਮਨ ਵਿੱਚ ਪਕੜ ਆ ਸਕੇ, ਸਮਝ ਆ ਸਕੇ। ਇਸ ਲਈ ਸਾਹਿਬ ਕਹਿੰਦੇ ਸਾਰੇ ਕਰਮ ਔਰ ਧਰਮ ਉਹ ਤੇਰੇ ਨੇ, ਜੇ ਉਹਨਾਂ ਨੂੰ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਏ, ਸ਼ਰਧਾ ਦੇ ਨਾਲ ਉਹਨਾਂ ਨੂੰ ਕੀਤਾ ਜਾਏ, ਉਹ ਕਰਮ ਧਰਮ ਸਾਰੇ ਤੇਰੇ। ਫਿਰ ਕਹਿੰਦੇ ਸਰਬੰਗ ਜੁਗਤਾ ਸਰਬੰਗ ਮੁਕਤਾ, ਸਾਰੀਆਂ ਜੁਗਤੀਆਂ ਹਨ ਤੇਰੇ ਕੋਲ। ਜਦੋਂ ਕੋਈ ਤੇਰੇ ਨੇੜੇ ਜਾਂਦਾ ਹੈ, ਇਹ ਇੱਕ ਬੜੀ ਵੱਡੀ ਕਲਾ ਹੈ ਕਿ ਜੁਗਤੀਆਂ ਦੁਆਰਾ ਕੋਈ ਉਹਦੇ ਤੱਕ ਨਹੀਂ ਜਾ ਸਕਿਆ, ਪਰ ਜਿਉਂ ਹੀ ਉਹਦੇ ਤੱਕ ਜਾਂਦਾ ਹੈ ਸਾਰੀਆਂ ਜੁਗਤੀਆਂ ਦੀ ਉਹਨੂੰ ਸਮਝ ਆ ਜਾਂਦੀ ਹੈ। ਜਾ ਕਿਵੇਂ ਸਕੀਦਾ ਹੈ, ਬਾਅਦ ਵਿੱਚ ਸਮਝ ਆਉਂਦੀ, ਪਹਿਲਾਂ ਨਹੀਂ। ਜੁਗਤੀਆਂ ਨਾਲ ਨਹੀਂ ਜਾਂਦਾ ਕੋਈ। ਫਿਰ ਜੁਗਤ ਕੀ ਹੈ? ਜੁਗਤ ਦੇ ਅਰਥ ਨੇ ਤਰੀਕਾ, ਢੰਗ। ਜੁਗਤ ਕਾਹਦੇ ਵਾਸਤੇ? ਸਿੱਖ ਦੇ ਜੀਵਨ ਵਿੱਚ ਤੇ ਜੁਗਤ ਹੈ ਨਾ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਉਹ ਜੁਗਤ ਕਾਹਦੇ ਵਾਸਤੇ ਹੈ? ਜੁਗਤ ਆਪਣੇ ਆਪ ਨੂੰ ਸ਼ੁੱਧ ਕਰਨ ਵਾਸਤੇ ਹੈ। ਉਹਨੂੰ ਮਿਲਣਾ ਜੁਗਤ ਦੁਆਰਾ ਨਹੀਂ ਹੋ ਸਕਦਾ, ਫਿਰ ਉਹ ਜੁਗਤ ਤੋਂ ਛੋਟਾ ਹੋ ਗਿਆ। ਤਰੀਕਾ, ਜੁਗਤ, ਮਰਿਆਦਾ, ਸ਼ਰ੍ਹਾ, ਇਹ ਕਾਹਦੇ ਵਾਸਤੇ ਕੰਮ ਦਿੰਦੀਆਂ ਨੇ? ਇਹ ਸਾਨੂੰ ਸਵਾਰਦੀਆਂ ਨੇ, ਸਾਨੂੰ ਠੀਕ ਕਰਦੀਆਂ ਨੇ। ਆਪ ਸਵਾਰੇ ਮੈਂ ਮਿਲਾਂ। ਜਦੋਂ ਕੋਈ ਵਿਅਕਤੀ ਗੁਰੂ ਕੀ ਦਿੱਤੀ ਹੋਈ ਮਰਿਆਦਾ ਨਾਲ ਆਪਣੇ ਆਪ ਨੂੰ ਸਵਾਰ ਲੈਂਦਾ ਹੈ, ਠੀਕ ਕਰ ਲੈਂਦਾ ਹੈ, ਫਿਰ ਉਹ ਸਭ ਤੋਂ ਪਹਿਲਾਂ ਕਿੱਥੇ ਜਾਂਦਾ ਹੈ? ਪਹਿਲਾਂ ਰੱਬ ਕੋਲ ਨਹੀਂ ਜਾਂਦਾ, ਪਹਿਲਾਂ ਆਪਣੀ ਮੈਂ ਨੂੰ ਮਿਲਦਾ ਹੈ। ਕਿਹੜੀ ਮੈਂ ਨੂੰ? ਹੰਕਾਰ ਵਾਲੀ ਨੂੰ ਨਹੀਂ, ਜਿਹੜੀ ਆਪਣੀ ਅਸਲੀ ਮੈਂ ਹੈ ਸਾਡੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਦੇ ਤੱਕ ਪਹਿਲਾਂ ਜਾਂਦਾ ਹੈ। ਜਦੋਂ ਉਹਦੇ ਤੱਕ ਜਾਂਦਾ, ਮੈਂ ਮਿਲਾਂ,
ਉਹਦੇ ਤੋਂ ਬਾਅਦ ਫਿਰ ਕੀ ਹੁੰਦਾ ਹੈ, ਕਹਿੰਦੇ ਮੈਂ ਮਿਲਿਆ ਸੁਖ ਹੋਏ, ਸੁਖ ਮਿਲਦਾ ਹੈ। ਇੱਥੇ ਸੁਖ ਦੇ ਅਰਥ ਹੋਣਗੇ ਪਰਮਾਤਮਾ। ਇੱਕੋ ਚੀਜ਼ ਦੇ ਦੋ ਨਾਮ ਨੇ। ਸੁਖ ਹੋਰ ਕਿਸੇ ਚੀਜ਼ ਦਾ ਨਾਮ ਹੀ ਨਹੀਂ ਹੈ। ਹਰ ਇੱਕ ਵਿਅਕਤੀ ਉਹਦੀ ਖੋਜ ਵਿੱਚ ਤੁਰ ਰਿਹਾ ਹੈ, ਕੋਈ ਸੁਖ ਲੱਭ ਰਿਹਾ, ਸੁਖ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿੱਥੋਂ ਮਿਲੇਗਾ। ਸੁਖ ਦੇ ਹੀ ਅਰਥ ਪਰਮਾਤਮਾ ਨੇ, ਪਰਮਾਤਮਾ ਦੇ ਅਰਥ ਸੁਖ ਨੇ। ਜਦੋਂ ਉਹ ਆਉਂਦਾ ਤੇ ਨਾਲ ਹੀ ਸੁਖ ਆਉਂਦਾ ਹੈ। ਸੁਖ ਆਉਂਦਾ ਹੀ ਤਾਂ ਹੈ ਜੇ ਉਹ ਆਉਂਦਾ ਹੈ, ਤੇ ਉਸ ਤੋਂ ਪਹਿਲਾਂ ਕੋਈ ਸੁਖ ਨਹੀਂ ਹੈ। ਦੋਵੇਂ ਆਪਸ ਵਿੱਚ ਜੁੜੇ ਹੋਏ ਨੇ, ਦੋਵਾਂ ਦੀ ਬੜੀ ਗਹਿਰੀ ਸਾਂਝ ਹੈ। ਛਾਂ ਤਾਂ ਆਉਂਦੀ ਹੈ ਪਹਿਲਾਂ ਰੁੱਖ ਆਉਂਦਾ ਹੈ, ਜੇ ਰੁੱਖ ਨਹੀਂ ਆਇਆ ਤੇ ਛਾਂ ਨਕਲੀ ਹੈ, ਬਦਲਦੀ ਹੈ ਇੱਥੇ ਵੀ ਸੁਖ। ਗੁਰੂ ਸਾਹਿਬ ਨੇ ਇੱਕ ਥਾਂ ਤੇ ਕਿਹਾ ਨਾ, ਮਾਈ ਮਾਇਆ ਛਲ ਪਰ ਇਹ ਭੁਲੇਖੇ ਵਾਲਾ ਸੁਖ ਹੈ। ਇਹ ਕਿਵੇਂ ਦਾ? ਤ੍ਰਿਣ ਕੀ ਅਗਨ। ਤ੍ਰਿਣ ਕਹਿੰਦੇ ਸੁੱਕੇ ਘਾਹ ਨੂੰ ਅੱਗ ਲਾਓ, ਇੱਕਦਮ ਤੇ ਭਾਂਬੜ ਮੱਚ ਜਾਏਗਾ, ਉਸੇ ਵੇਲੇ ਬੁੱਝ ਜਾਏਗੀ, ਖਤਮ, ਕੁਝ ਵੀ ਨਹੀਂ। ਇਹ ਜਿਹੜੇ ਸੁੱਖ ਨੇ ਉਹ ਕਿਵੇਂ ਦੇ ਨੇ? ਤ੍ਰਿਣ ਕੀ ਅਗਨ, ਜਿਵੇਂ ਘਾਹ ਦੇ ਭਾਂਬੜ ਮੱਚੇ ਉਸੇ ਵੇਲੇ ਬੁੱਝ ਗਏ। ਮੇਘ ਕੀ ਛਾਇਆ, ਛਾਂ ਇਹ ਵੀ ਹੈ ਪਰ ਇਹ ਰੁੱਖ ਦੀ ਛਾਂ ਨਹੀਂ ਹੈ। ਇਹ ਬੱਦਲ ਦੀ ਛਾਂ ਹੈ, ਤੇ ਬੱਦਲ ਦਾ ਕੀ ਪਤਾ ਹੁਣੇ ਅੱਗੇ ਚਲੀ ਜਾਏ, ਜਾਂ ਬਾਈ ਚਾਂਸ ਆ ਗਈ ਅਚਨਚੇਤ। ਗੁਰੂ ਸਾਹਿਬ ਜਦੋਂ ਮੱਕੇ ਜਾ ਰਹੇ ਸੀ, ਗੁਰੂ ਨਾਨਕ ਦੇਵ ਜੀ, ਰਾਹ ਵਿੱਚ ਇੱਕ ਫਕੀਰ ਪੀਰ ਵੀ ਜਾ ਰਿਹਾ ਸੀ, ਉਹ ਨਾਲ ਤੁਰ ਪਿਆ। ਪਹਿਲਾਂ ਉਹਨੂੰ ਪਤਾ ਨਹੀਂ ਸੀ ਵੀ ਇਹ ਮੁਸਲਮਾਨ ਨਹੀਂ। ਗੱਲਬਾਤ ਚੱਲਦੀ ਗਈ। ਅਰਬ ਦੇਸ਼ ਸੀ, ਗਰਮੀ ਦਾ ਦੇਸ਼, ਰੇਤਲਾ ਇਲਾਕਾ ਸੀ, ਗਰਮੀ ਬੜੀ ਪੈਂਦੀ ਸੀ, ਤੇ ਬੱਦਲ ਸੀ ਉੱਪਰ, ਇੱਕ ਛੋਟਾ ਜਿਹਾ ਸੂਰਜ ਦੇ ਛਾਂ ਸੀ ਗੁਰੂ ਸਾਹਿਬ ਤੇ। ਜਾ ਰਹੇ ਸਨ, ਜਦੋਂ ਜਾ ਰਹੇ ਤੇ ਗੱਲਾਂ ਕਰਦਿਆਂ ਕਰਦਿਆਂ ਨਾ ਉਹ ਜਿਹੜਾ ਪੀਰ ਹੈ ਨਾ, ਫਕੀਰ, ਉਹਨੂੰ ਪਤਾ ਲੱਗ ਗਿਆ ਵੀ ਇਹ ਤੇ ਕਾਫਰ ਨੇ, ਯਾਨੀ ਕਿ ਗੈਰ ਮੁਸਲਮਾਨ ਨੇ। ਉਹਨੇ ਕਿਹਾ ਵੀ ਤੁਸੀਂ ਮੁਸਲਮਾਨ ਨਹੀਂ? ਹਜ਼ੂਰ ਨੇ ਕਿਹਾ ਨਹੀਂ। ਕਹਿਣ ਲੱਗੇ ਫਿਰ ਇਹ ਜਿਹੜੀ ਬਦਲੀ ਉੱਪਰ ਆਈ ਹੈ ਨਾ, ਸੂਰਜ ਦੇ ਸਾਹਮਣੇ ਛਾਂ ਦੇ ਰਹੀ ਹੈ, ਇਹ ਤੇ ਮੇਰੇ ਕਰਕੇ ਛਾਂ ਹੋਈ ਹੈ, ਤੁਸੀਂ ਵੈਸੇ ਮੇਰੇ ਨਾਲ ਜਾ ਰਹੇ ਹੋ, ਮੈਂ ਤੇ ਵੱਖਰੇ ਤੁਰਨਾ ਤੁਹਾਡੇ ਤੋਂ। ਇਹ ਛਾਂ ਮੇਰੇ ਕਰਕੇ ਹੈ ਕਿਉਂਕਿ ਮੈਂ ਮੁਸਲਮਾਨ ਹਾਂ, ਤੁਸੀਂ ਤੇ ਕਾਫਰ ਹੋ, ਤੁਹਾਨੂੰ ਤੇ ਖੁਦਾ ਨੇ ਛਾਂ ਦੇਣੀ ਨਹੀਂ। ਹਜ਼ੂਰ ਨੇ ਕਿਹਾ ਵੀ ਕੋਈ ਗੱਲ ਨਹੀਂ ਫਕੀਰ ਸਾਈਂ, ਤੁਸੀਂ ਅੱਗੇ ਨਿਕਲ ਜਾਓ, ਮੈਂ ਪਿੱਛੇ ਥੋੜ੍ਹਾ ਜਿਹਾ ਅਸੀਂ ਆਰਾਮ ਕਰ ਲੈਂਦੇ ਹਾਂ, ਤੁਸੀਂ ਆਪਣੀ ਛਾਂ ਲੈ ਜਾਓ ਅੱਗੇ। ਇਹ ਬੜੀ ਕਾਹਲੀ ਨਾਲ ਅੱਗੇ ਨਿਕਲ ਗਿਆ। ਹਜ਼ੂਰ ਉੱਥੇ ਹੀ ਰੁਕ ਗਏ। ਥੋੜ੍ਹਾ ਜਿਹਾ ਅੱਗੇ ਗਿਆ, ਉਸ ਬੱਦਲ ਦੀ ਛਾਂ ਸਤਿਗੁਰਾਂ ਤੇ ਰਹੀ। ਇਹ ਧੁੱਪ ਵਿੱਚ ਸੜਨ ਲੱਗਾ, ਕਲਪਣ ਲੱਗਾ, ਫਿਰ ਦੌੜ ਕੇ ਆਇਆ, ਮਹਾਰਾਜ ਇਹ ਤੇ ਛਾਂ ਤੁਹਾਡੇ ਕਰਕੇ ਸੀ। ਕਹਿੰਦੇ ਹੁੰਦਾ ਤੇ ਇਸ ਤਰ੍ਹਾਂ ਹੀ ਹੈ, ਪਰ ਬੰਦੇ ਨੂੰ ਜੋ ਕੁਝ ਮਿਲਦਾ ਹੈ ਉਹ ਕਹਿੰਦਾ ਮੇਰੇ ਕਰਕੇ ਹੈ, ਜਦੋਂ ਖੁੱਸ ਜਾਂਦਾ ਉਦੋਂ ਕਹਿੰਦਾ ਰੱਬ ਕਰਕੇ ਹੈ। ਉਹਨੇ ਖੋਇਆ। ਜਦੋਂ ਮਿਲਿਆ ਉਹ ਮੈਂ ਇੰਨੀਆਂ ਰਾਤਾਂ ਜਾਗਦਾ ਰਿਹਾ, ਇੰਨੀ ਮਿਹਨਤ ਕੀਤੀ ਤਾਂ ਇੱਥੋਂ ਤੱਕ ਗਿਆ ਹੈ। ਆਹ ਜਿਹੜੇ ਗਰੀਬ ਨੇ ਇਹਨਾਂ ਤੇ, ਇਹ ਤੇ ਆਲਸੀ ਨੇ, ਇਹਨਾਂ ਕੋਲ ਕੁਝ ਵੀ ਨਹੀਂ। ਤਾਂ ਇਸ ਤਰ੍ਹਾਂ ਦੀ ਗੱਲ ਸਤਿਗੁਰਾਂ ਨੇ ਕੀਤੀ ਕਿ ਸਰਬੰਗ ਜੁਗਤਾ, ਸਾਰੀਆਂ ਜੁਗਤਾਂ ਉਹਦੇ ਕੋਲ ਨੇ। ਜਦੋਂ ਕੋਈ ਉਹਦੇ ਨਾਲ ਜੁੜਦਾ ਤੇ ਜੁਗਤਾਂ ਦੀ ਬਾਰਿਸ਼ ਹੁੰਦੀ ਹੈ, ਜੁਗਤਾਂ ਦਾ ਮੀਂਹ ਪੈ ਜਾਂਦਾ, ਤਰੀਕੇ ਸਾਰੇ ਉਹਦੇ ਸਾਹਮਣੇ। ਕਿਉਂਕਿ ਜਦੋਂ ਬੰਦਾ ਇੱਕ ਰਾਹ ਤੋਂ ਕਿਸੇ ਬਿਲਡਿੰਗ ਵਿੱਚ ਜਾਂਦਾ ਤੇ ਇੱਕ ਦਿਸਦਾ, ਜਦੋਂ ਉਸ ਬਿਲਡਿੰਗ ਦੀ ਉੱਪਰਲੀ ਛੱਤ ਤੇ ਜਾ ਕੇ ਵੇਖਦਾ ਉਹ ਹੈਰਾਨ ਹੋ ਜਾਂਦਾ ਵੀ ਤੇ ਹਜ਼ਾਰਾਂ ਹੀ ਰਸਤੇ ਚੌਹਾਂ ਪਾਸਿਓਂ ਆ ਰਹੇ ਨੇ। ਇਸ ਤਰ੍ਹਾਂ ਉਹਦੇ ਵਿੱਚ ਜੁਗਤੀਆਂ ਬੜੀਆਂ ਨੇ। ਫਿਰ ਕਹਿੰਦੇ ਸਰਬੰਗ ਮੁਕਤਾ, ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ। ਬਸ ਇਹ ਉਹਦੇ ਵਿੱਚ ਤੇ ਸਾਡੇ ਵਿੱਚ ਫਰਕ ਹੈ। ਉਹ ਸਾਰੀਆਂ ਚੀਜ਼ਾਂ ਦੇ ਨਾਲ ਵੀ ਰਹਿੰਦਾ ਤੇ ਵੱਖਰਾ ਵੀ ਰਹਿੰਦਾ। ਅਸੀਂ ਜਿੰਨਾ ਚਿਰ ਸੰਸਾਰੀ ਹਾਂ ਉਹਨਾਂ ਚਿਰ ਸੰਸਾਰ ਨਾਲ ਬੱਝੇ ਰਹਿੰਦੇ ਹਾਂ, ਉੱਥੋਂ ਮੁਕਤ ਨਹੀਂ ਹੁੰਦੇ। ਤੇ ਜੇ ਰੱਬ ਨੇ ਕੀਤੀ ਕਿਤੇ ਕਿਰਪਾ, ਸੰਸਾਰ ਤੋਂ ਛੁੱਟ ਗਏ, ਥੋੜ੍ਹੇ ਜਿਹੇ ਧਾਰਮਿਕ ਬਣ ਗਏ, ਤੇ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਫਿਰ ਅਸੀਂ ਉਹਨਾਂ ਨਾਲ ਬੱਝ ਜਾਂਦੇ ਹਾਂ, ਉੱਥੋਂ ਵੀ ਅੱਗੇ ਨਹੀਂ ਤੁਰਦੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਹੈ, ਕਹਿੰਦੇ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ।
ਇਸ ਤਰ੍ਹਾਂ ਆਦਮੀ ਨੂੰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਬੱਝਣ ਦੀ ਆਦਤ ਹੈ ਨਾ ਜੀਵਨ ਦੀ। ਤੁਸੀਂ ਦੂਰ ਨਾ ਜਾਓ, ਆਦਤ ਦਾ ਇੰਨਾ ਗੁਲਾਮ ਹੈ ਮਨੁੱਖ ਵੀ ਜੇ ਉਹ ਇੱਕ ਕੱਪੜਾ ਪਹਿਨਦਾ ਰਿਹਾ ਨਾ 6 ਮਹੀਨੇ ਲਗਾਤਾਰ ਸਰਦੀਆਂ ਵਿੱਚ, ਇੱਕ ਭਾਰਾ ਕੱਪੜਾ ਪਹਿਨਦਾ ਰਿਹਾ ਤੇ ਜਿੱਦਣ ਗਰਮੀ ਆਏਗੀ ਉਹ ਲਾਹ ਕੇ ਤੁਰੇਗਾ, ਉਹਨੂੰ ਵਾਰ-ਵਾਰ 2-4 ਦਿਨ ਚੇਤੇ ਆਵੇਗਾ ਵੀ ਮੈਂ ਕੋਈ ਚੀਜ਼ ਘਟ ਗਈ ਮੇਰੇ ਵਿੱਚੋਂ, ਕੋਈ ਚੀਜ਼ ਪਹਿਨੀ ਸੀ। ਆਦਤ ਦਾ ਆਦੀ ਹੋ ਗਿਆ। ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਅਸੀਂ ਸੰਸਾਰ ਵਿੱਚ ਕਰਦੇ ਰਹਿੰਦੇ ਹਾਂ ਉਹਨਾਂ ਦੇ ਵਿੱਚ ਬੱਝ ਜਾਂਦੇ ਹਾਂ, ਉਹਨਾਂ ਦੇ ਆਦੀ ਹੋ ਜਾਂਦੇ ਹਾਂ। ਪਰ ਸਤਿਗੁਰੂ ਨੇ ਕਿਹਾ ਸਰਬੰਗ ਮੁਕਤਾ, ਤੂੰ ਨਹੀਂ ਕਿਸੇ ਚੀਜ਼ ਦਾ ਆਦੀ ਹੁੰਦਾ, ਸਾਰਿਆਂ ਦੇ ਵਿੱਚ ਰਹਿਣਾ, ਸਾਰਿਆਂ ਦੇ ਵਿੱਚ ਰਹਿ ਕੇ ਤੂੰ ਫਿਰ ਵੀ ਮੁਕਤ ਰਹਿਣਾ, ਵੱਖਰਾ ਰਹਿਣਾ। ਔਰ ਤੇਰੀ ਐਸੀ ਹਸਤੀ ਕਲਗੀਆਂ ਵਾਲੇ ਪਾਤਸ਼ਾਹ ਜਾਪ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ ਨੇ। ਆਓ ਸਾਧ ਸੰਗਤ 1-2 ਮਿੰਟ ਵਾਸਤੇ ਗੁਰੂ ਚਰਨਾਂ ਦੇ ਨਾਲ ਸੁਰਤ ਜੋੜੀਏ, ਸਾਰਿਆਂ ਨੇ ਬੋਲਣ ਦਾ ਯਤਨ ਕਰਨਾ। ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੈ, ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੈ।